ਹੈਲੋ एवरीवन ਗਿਲਸ ਮੈਂਟੋਰ ਦੇ ऑफिशियल यूट्यूब ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਦੇ ਅਕਾਊਂਟਸ ਦਾ ਲੈਕਚਰ ਅੱਜ ਅਸੀਂ 34 ਦੇਖਣ ਲੱਗੇ ਹਾਂ। ਅੱਜ ਮੇਰਾ ਟੈਸਟ ਨੰਬਰ 5 ਹੈ। ਪਹਿਲੇ ਮੈਂ 4 ਟੈਸਟ ਲੈ ਚੁੱਕਾ ਜੋ ਮੈਂ ਹਰੇਕ ਇੱਕ ਸੰਡੇ ਨੂੰ ਟੈਸਟ ਲੈ ਰਿਹਾ। ਅੱਜ ਮੇਰਾ ਟੈਸਟ ਨੰਬਰ 5 ਹੈ। ਠੀਕ ਹੈ ਫਰੈਂਡਸ, ਇਸ ਤੋਂ ਮੈਂ 50 ਮਲਟੀਪਲਾਈ ਕੁਐਸਚਨਸ ਆਨਸਰਸ ਦੇ ਟੈਸਟ ਲਵਾਂਗਾ। ਠੀਕ ਹੈ, ਤੇ ਹਰੇਕ ਬੱਚਾ ਮੈਨੂੰ ਆਪਣੇ ਕਮੈਂਟ ਸੈਕਸ਼ਨ ਵਿੱਚ ਦੱਸੇ ਕਿ ਉਹਦੇ ਕਿੰਨੇ ਕੁਐਸਚਨ ਠੀਕ ਹੈ, ਤਾਂ ਕਿ ਮੈਨੂੰ ਇੱਕ ਵਾਰੀ ਪਤਾ ਲੱਗ ਜਾਂਦਾ ਕਿ ਤੁਹਾਨੂੰ ਕਿੰਨੀ ਕੁ ਤਿਆਰੀ ਹੋ ਗਈ ਹੈ। ਠੀਕ ਹੈ ਫਰੈਂਡਸ, ਤਾਂ ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਤੁਹਾਨੂੰ ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਸੈਕਸ਼ਨਲ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਈ ਬੁੱਕਸ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ। ਜਿਹੜੇ ਬੱਚੇ ਖਰੀਦਣਾ ਚਾਹੁੰਦੇ ਹਨ ਉਹ www.gilsmentor.test.com ਤੋਂ ਜਾ ਕੇ ਖਰੀਦ ਸਕਦੇ ਹਨ ਅਤੇ ਆਪਣੀ ਤਿਆਰੀ ਨੂੰ ਹੋਰ ਪੱਕਾ ਕਰ ਸਕਦੇ ਹਨ। ਪਹਿਲਾ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਆਰ ਆਈਟਮਸ ਆਫ ਕੋਸਟ ਆਫ ਗੁੱਡ ਸੋਲਡ ਸਟੇਟਮੈਂਟ। ਵਿੱਚੋਂ ਕਿਹੜੀ ਆਈਟਮਸ ਕੋਸਟ ਆਫ ਗੁੱਡ ਸੋਲਡ ਸਟੇਟਮੈਂਟ 'ਚ ਆਉਂਦੀਆਂ ਨੇ, ਦੱਸੋ। ਪਹਿਲਾ ਆਪਸ਼ਨ ਹੈ ਪਰਚੇਸ ਆਫ ਰੋ ਮਟੀਰੀਅਲ, ਦੂਜਾ ਹੈਗਾ ਐਨੀ ਟੈਕਸ ਫਰੇਡ ਪੇਡ ਔਨ ਪਰਚੇਸਿਸ, ਥਰਡ ਹੈਗਾ ਐਨੀ ਐਕਸਪੈਂਸਿਸ ਇਨਕਰਡ ਔਨ ਕੈਰੇਜ ਟਰਾਂਸਪੋਰਟੇਸ਼ਨ ਆਫ ਰੋ ਮਟੀਰੀਅਲ ਪਰਚੇਸ ਆਈਟਮਸ, ਜਾਂ ਡੀ ਹੈਗਾ ਆਲ ਆਰ ਦੀ ਗਿਵਨ ਆਪਸ਼ਨਸ। ਦੱਸੋ ਇਹ 'ਚੋਂ ਕਿਹੜਾ ਕੋਸਟ ਆਫ ਗੁੱਡ ਸੋਲਡ ਸਟੇਟਮੈਂਟ 'ਚ ਆਉਂਦਾ। ਤੁਹਾਨੂੰ ਮੈਂ ਕੋਸਟ ਆਫ ਗੁੱਡ ਸੋਲਡ ਸਟੇਟਮੈਂਟ ਕਰਾ ਚੁੱਕਾ, ਦੱਸੋ। 5 ਸੈਕਿੰਡ ਤੁਹਾਡੇ ਕੋਲ। ਇਹ 'ਚ ਆਂਸਰ ਆਏਗਾ ਡੀ। ਠੀਕ ਹੈ ਫਰੈਂਡਸ, ਇਸ ਆਂਸਰ ਕੀ ਆਏਗਾ ਡੀ। ਵਿਚ ਆਫ ਪਹਿਲਾ ਦੂਜਾ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਵਾਊਚਰ ਇਜ਼ ਯੂਜ਼ ਟੂ ਰਿਕਾਰਡ ਦੀ ਟ੍ਰਾਂਜੈਕਸ਼ਨ ਡੈਟ ਡੂ ਨਾਟ ਅਫੈਕਟ ਦੀ ਬੈਂਕ ਐਂਡ ਕੈਸ਼। ਦੱਸੋ ਇਹ 'ਚੋਂ ਕਿਹੜਾ ਵਾਊਚਰ ਹੋਏਗਾ, ਕਿਹੜੀ ਵਾਊਚਰ ਹੋਏਗਾ ਜਿਸ ਦੇ ਨਾਲ ਬੈਂਕ ਅਤੇ ਕੈਸ਼ ਵਿੱਚ ਫਰਕ ਨਹੀਂ ਪੈਂਦਾ। ਦੱਸੋ, ਜਨਰਲ ਵਾਊਚਰ, ਰਿਸਿਪਟ ਵਾਊਚਰ, ਪੇਮੈਂਟ ਵਾਊਚਰ, ਨੋਮੀਨਲ ਵਾਊਚਰ। ਕਿਸ ਵਾਊਚਰ 'ਚ ਜਦੋਂ ਮੈਂ ਕੋਈ ਟ੍ਰਾਂਜੈਕਸ਼ਨ ਰਿਕਾਰਡ ਕਰਦਾ ਤਾਂ ਉਸ ਦੇ ਨਾਲ ਮੇਰੇ ਬੈਂਕ ਅਤੇ ਕੈਸ਼ ਵਿੱਚ ਫਰਕ ਨਹੀਂ ਪੈਂਦਾ, ਇਹ ਆਪਾਂ ਨੂੰ ਦੱਸਣਾ ਹੈ। ਦੱਸੋ, 5 ਸੈਕਿੰਡ ਤੁਹਾਡੇ ਕੋਲ। ਇਹਦਾ ਆਂਸਰ ਆਏਗਾ ਏ ਆਪਸ਼ਨ। ਠੀਕ ਹੈ ਫਰੈਂਡਸ, ਜਨਰਲ ਵਾਊਚਰ ਵਿੱਚ ਜਦ ਆਪਾਂ ਕੋਈ ਵੀ ਟ੍ਰਾਂਜੈਕਸ਼ਨ ਰਿਕਾਰਡ ਕਰਦੇ ਹਾਂ ਤਾਂ ਉਸ ਦੇ ਨਾਲ ਮੇਰਾ ਬੈਂਕ ਅਤੇ ਕੈਸ਼ ਵਿੱਚ ਕੋਈ ਫਰਕ ਨਹੀਂ ਪੈਂਦਾ। ਠੀਕ ਹੈ ਫਰੈਂਡਸ, ਅਗਲਾ ਕੁਐਸਚਨ ਹੈ, ਵਟ ਵੁੱਡ ਕਨਵਰਸੇਸ਼ਨ ਕੋਸਟ ਇਫ ਕੋਸਟ ਆਫ ਰੋ ਮਟੀਰੀਅਲ ਡਾਇਰੈਕਟ ਲੇਬਰ ਐਂਡ ਕੋਸਟ ਆਫ ਮੈਨੂਫੈਕਚਰਿੰਗ ਓਵਰਹੈਡ ਆਰ ਰੁਪੀਜ਼ 18,000, 50,000, 60,000। ਤਾਂ ਮੇਰੀ ਦੱਸੋ ਕਨਵਰਜਨ ਕੋਸਟ ਕਿਹੜੀ ਹੋਏਗੀ। ਦੱਸੋ, ਪਹਿਲਾ ਹੈਗਾ 1,30,000, ਸੈਕਿੰਡ ਹੈਗਾ 1,10,000, ਥਰਡ ਹੈਗਾ 1,40,000, ਫੋਰਥ ਹੈਗਾ 1,90,000। ਏ ਬੀ ਸੀ ਡੀ, ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ। ਕਨਵਰਜਨ ਕੋਸਟ ਵਿੱਚ ਹਮੇਸ਼ਾ ਮੇਰਾ ਕਿਹੜਾ ਕੀ ਐਡ ਹੁੰਦਾ ਹੈ, ਡਾਇਰੈਕਟ ਲੇਬਰ, ਠੀਕ ਹੈ, ਅਤੇ ਮੈਨੂਫੈਕਚਰਿੰਗ ਓਵਰਹੈਡ। ਦੱਸੋ ਹੁਣ ਫਿਰ ਮੈਨੂਫੈਕਚਰਿੰਗ ਓਵਰਹੈਡ ਅਤੇ ਮੈਂ ਡਾਇਰੈਕਟ ਲੇਬਰ ਨੂੰ ਐਡ ਕਰਾਂਗਾ ਤਾਂ ਮੇਰਾ ਕੀ ਆਏਗਾ 50,000 ਅਤੇ 60,000। ਇਹਨੂੰ ਪਲੱਸ ਕਰ ਦਾਂਗਾ ਤਾਂ ਕੀ ਆਂਸਰ ਆ ਜਾਏਗਾ 1,10,000। ਠੀਕ ਹੈ ਫਰੈਂਡਸ, ਅਗਲਾ ਕੁਐਸਚਨ ਹੈ, a form that allows the individuals to compare their personal bank's account records to the bank's record of the individual account balance in order to uncover any possible discrepancies is known as। ਦੱਸੋ, ਪਹਿਲਾ ਆਪਸ਼ਨ ਹੈ ਬੈਂਕ ਸਟੇਟਮੈਂਟ, ਦੂਜਾ ਹੈਗਾ ਇਨਕਮ ਸਟੇਟਮੈਂਟ, ਥਰਡ ਹੈਗਾ ਫਾਈਨੈਂਸ਼ੀਅਲ ਸਟੇਟਮੈਂਟ, ਫੋਰਥ ਹੈਗਾ ਬੈਂਕ ਰਿਕਨਸਾਈਲੇਸ਼ਨ ਸਟੇਟਮੈਂਟ। ਇੱਕ ਪਰਸਨ ਜਿਹੜਾ ਆਪਣਾ ਬੈਂਕ ਸਟੇਟਮੈਂਟ ਹੈ ਅਤੇ ਆਪਣੇ ਮਤਲਬ ਜਿਹੜੇ ਉਹਦਾ ਆਪਣੇ ਅਕਾਊਂਟ ਹੈ ਅਤੇ ਉਹ ਆਪਣੀ ਬੈਂਕ ਦੀ ਸਟੇਟਮੈਂਟ ਦੀ ਅਕਾਊਂਟ ਹੈ, ਉਹਦੇ ਨਾਲ ਜਦੋਂ ਕੋਈ ਚੀਜ਼ ਨਹੀਂ ਸਹੀ ਮੈਚ ਕਰਦੀ ਤਾਂ ਉਸਨੂੰ ਕੀ ਕਹਿੰਦੇ ਆ। ਤਾਂ ਜਦੋਂ ਉਸਨੂੰ ਸਹੀ ਕਰਦਾ ਉਹ ਆਪਣੇ ਆਈਆਰਐਸ ਨੂੰ ਸਹੀ ਕਰਦਾ ਉਹਨੂੰ ਕੀ ਕਹਿੰਦੇ ਆ। ਕਿਹੜਾ ਆਪਸ਼ਨ ਠੀਕ ਹੋਏਗਾ। ਇਹ ਹੋਏਗਾ ਡੀ ਆਪਸ਼ਨ। ਠੀਕ ਹੈ ਫਰੈਂਡਸ, ਬੈਂਕ ਰਿਕਨਸਾਈਲੇਸ਼ਨ ਸਟੇਟਮੈਂਟ ਨਾਲ ਕੀ ਹੁੰਦਾ ਕਿ ਮੈਂ ਆਪਣੇ ਅਕਾਊਂਟਸ ਕੈਸ਼ ਬੁੱਕ ਦਾ
ਇਸ ਡਬਲ ਕਾਲਮ ਟ੍ਰਿਪਲ ਕਾਲਮ ਕੈਸ਼ ਬੁੱਕ ਦਾ ਅਤੇ ਆਪਣੀ ਬੈਂਕ ਸਟੇਟਮੈਂਟ ਦਾ ਮੈਚ ਕਰਦਾ ਹੈ ਕਿੱਥੇ ਫ਼ਰਕ ਪੈ ਰਿਹਾ। ਠੀਕ ਹੈ ਫਰੈਂਡਸ, ਉਸ ਨੂੰ ਕਹਿੰਦੇ ਨੇ BRS, ਬੈਂਕ ਰੀਕਨਸਾਈਲੇਸ਼ਨ ਸਟੇਟਮੈਂਟ। ਸੋ ਡੀ ਆਪਸ਼ਨ ਆ ਜਾਏਗਾ। ਅਗਲਾ ਕੁਐਸਚਨ ਹੈ ਕੈਸ਼ ਐਂਡ ਅਦਰ ਰਿਸੋਰਸਿਸ ਡੈਟ ਆਰ ਐਕਸਪੈਕਟਿਡ ਟੂ ਟਰਨ ਟੂ ਕੈਸ਼ ਔਰ ਟੂ ਬੀ ਯੂਜ਼ਡ ਅਪ ਵਿਦ 1 ਈਅਰ ਆਫ ਦੀ ਬੈਲੈਂਸ ਸ਼ੀਟ ਡੈਟ ਆਰ ਕਾਲਡ। ਦੱਸੋ, ਕਰੰਟ ਲਾਇਬਿਲਿਟੀ, ਕਰੰਟ ਐਸਟ, ਫਿਕਸਡ ਐਸਟ ਜਾਂ ਲੌਂਗ ਟਰਮ ਐਸਟ, ਕਿਹੜਾ ਆਪਸ਼ਨ ਠੀਕ ਹੋਏਗਾ ਇਸ ਚੋਂ? ਕੈਸ਼ ਅਤੇ ਅਦਰ ਰਿਸੋਰਸਿਸ ਜਿਹੜੇ ਹੈ ਉਹ 1 ਸਾਲ ਦੇ ਅੰਦਰ ਅੰਦਰ ਯੂਜ਼ ਹੋ ਰਹੇ ਨੇ। ਠੀਕ ਹੈ, ਜਾਂ ਉਹ ਕੈਸ਼ ਜ਼ਿਆਦਾ ਰਿਸੋਰਸਿਸ ਕੈਸ਼ ਬਦਲੇ ਜਾ ਰਹੇ ਨੇ, ਜਿਹੜਾ ਉਹ ਕੈਸ਼ ਹੈ ਜਾਂ 1 ਸਾਲ ਦੇ ਅੰਦਰ ਅੰਦਰ ਯੂਜ਼ ਹੋ ਰਿਹਾ ਆਫ ਦੀ ਬੈਲੈਂਸ ਸ਼ੀਟ ਡੇਟ ਵਿੱਚ, ਤਾਂ ਦੱਸੋ ਉਹਨੂੰ ਕੀ ਕਹਾਂਗੇ ਆਪਾਂ? ਇਹਦਾ ਆਨਸਰ ਆਏਗਾ ਬੀ। ਇਹਨੂੰ ਕੀ ਕਹਿੰਦੇ ਨੇ? ਕਰੰਟ ਐਸਟ। ਫਿਕਸ ਐਸਟ ਕਿਹਨੂੰ ਕੀ ਕਹਿੰਦੇ ਨੇ? ਜਿਹੜਾ ਮੋਰ ਦੈਨ 1 ਈਅਰ ਹੋ ਜਾਏਗਾ। ਠੀਕ ਹੈ ਨਾ, ਕੋਈ ਫਰਨੀਚਰ ਹੋ ਗਿਆ, ਕੋਈ ਬਿਲਡਿੰਗ ਹੋ ਗਈ। ਠੀਕ ਹੈ ਫਰੈਂਡਸ, ਕੋਈ ਲੈਂਡ ਹੋ ਗਈ। ਠੀਕ ਹੈ ਫਰੈਂਡਸ, ਅਗਲਾ ਕੁਐਸਚਨ ਹੈ ਐਨ ਅਕਾਊਂਟਿੰਗ ਸਿਸਟਮ ਇਜ਼ ਯੂਜ਼ ਟੂ ਬਾਈ ਦਾ ਬਿਜ਼ਨਸ ਟੂ, ਕੀ ਕਰਦਾ ਉਹ? ਜੇ ਕੋਈ ਅਕਾਊਂਟਿੰਗ ਸਿਸਟਮ ਹੁੰਦਾ ਟੂ ਯੂਜ਼ ਬਾਈ ਦਾ ਬਿਜ਼ਨਸ, ਕੀ ਕਰੇਗਾ ਅਕਾਊਂਟਿੰਗ ਸਿਸਟਮ ਦਾ? ਐਨਾਲਾਈਜ਼ ਦੀ ਟ੍ਰਾਂਜੈਕਸ਼ਨਸ, ਹੈਂਡਲ ਐਂਡ ਰੂਟੀਨ ਦੀ ਬੁੱਕਸ ਕੀਪਿੰਗ ਟਾਸਕ, ਸਟਰਕਚਰ ਇਨਫੋਰਮੇਸ਼ਨ ਜਾਂ ਆਲ ਆਫ ਦੀ ਗਿਵਨ ਆਪਸ਼ਨਸ। ਅਕਾਊਂਟਿੰਗ ਸਿਸਟਮ ਨਾਲੋਂ ਕੀ ਐਨਾਲਾਈਜ਼ ਕਰਦਾ? ਐਨਾਲਾਈਜ਼ ਦੀ ਟ੍ਰਾਂਜੈਕਸ਼ਨ ਵੀ ਕਰਦਾ ਹੈ, ਹੈਂਡਲ ਰੂਟੀਨ ਦੀ ਬੁੱਕ ਕੀਪਿੰਗ ਟਾਸਕ ਵੀ ਕਰਦਾ ਹੈ ਅਤੇ ਸਟਰਕਚਰ ਇਨਫੋਰਮੇਸ਼ਨ ਵੀ ਲੈਂਦਾ ਹੈ। ਠੀਕ ਹੈ ਫਰੈਂਡਸ, ਤਾਂ ਕੀ ਕਰਾਂਗੇ ਆਪਾਂ? ਡੀ ਆਪਸ਼ਨ ਲੱਗ ਜਾਏਗਾ, ਆਲ ਆਫ ਦੀ ਗਿਵਨ ਆਪਸ਼ਨਸ। ਅਗਲਾ ਕੁਐਸਚਨ ਹੈ ਪਾਰਟੀਕਲਸ ਦਿੱਤੇ ਹੋਏ ਆ, ਇੱਕ ਨੁਮੈਰੀਕਲ ਹੈ ਓਪਨ ਰਿਟਨ ਡਾਊਨ ਵੈਲਿਊ ਆਫ ਦੀ ਮਸ਼ੀਨ 3,75,000, ਕੋਸਟ ਮਸ਼ੀਨ ਕਿੰਨੀ ਹੈ? 50,000, ਡੈਪਰੇਸ਼ਨ ਡਿਊਰਿੰਗ ਦਾ ਈਅਰ 11,500 ਅਤੇ ਕਲੋਜ਼ਿੰਗ ਰਿਟਨ ਡਾਊਨ ਵੈਲਿਊ ਦਿੱਤੀ ਹੋਈ ਹੈ। ਆਪਾਂ ਨੇ ਕਲੋਜ਼ਿੰਗ ਰਿਟਨ ਡਾਊਨ ਵੈਲਿਊ ਕੱਢਣੀ ਹੈ ਆਪਾਂ ਨੇ। ਠੀਕ ਹੈ, ਸਾਨੂੰ ਓਪਨਿੰਗ ਦਿੱਤੀ ਹੋਈ ਹੈ ਰਿਟਨ ਡਾਊਨ ਵੈਲਿਊ 3,75,000 ਅਤੇ ਕੋਸਟ ਆਫ ਦੀ ਮਸ਼ੀਨ ਦਿੱਤੀ ਹੋਈ ਹੈ 50,000 ਅਤੇ ਡੈਪਰੇਸ਼ਨ ਦਿੱਤੀ ਹੋਈ ਹੈ 11,500। ਠੀਕ ਹੈ, ਇੱਕ ਮਸ਼ੀਨ ਦੀ ਸਾਰਾ ਓਪਨਿੰਗ ਦਿੱਤਾ ਹੋਇਆ ਅਤੇ ਜੋ ਉਸ ਸਾਲ ਇੱਕ ਮਸ਼ੀਨ ਖਰੀਦੀ ਹੈ ਉਸ ਦੀ ਵੈਲਿਊ ਦਿੱਤੀ ਹੋਈ ਹੈ ਅਤੇ ਡੈਪਰੇਸ਼ਨ ਦਿੱਤੀ ਹੋਈ ਹੈ। ਆਪਾਂ ਨੇ ਕਲੋਜ਼ਿੰਗ ਕੱਢਣੀ ਹੈ, ਯਾਨੀ ਕਿ ਆਪਣੇ ਬੈਲੈਂਸ ਕੱਢਣਾ ਉਹਦੀ ਵੈਲਿਊ ਕਿੰਨੀ ਬਣੀ। ਦੱਸੋ ਮੈਨੂੰ, ਮੈਂ ਤੁਹਾਨੂੰ ਡੈਪਰੇਸ਼ਨ ਕਰਾਇਆ ਸੀ, ਕਿਹੜਾ ਆਨਸਰ ਠੀਕ ਹੋਏਗਾ ਇਹ 'ਚੋਂ? ਆਪਸ਼ਨ ਪਹਿਲਾ ਹੈਗਾ 4,13,500, ਬੀ ਆਪਸ਼ਨ ਹੈਗਾ 4,25,000, ਤੀਜਾ ਹੈਗਾ 3,36,500, ਫੋਰਥ ਹੈਗਾ 61,500। ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? ਦੱਸੋ। ਇਹਦਾ ਆਨਸਰ ਆਏਗਾ ਏ ਆਪਸ਼ਨ। ਠੀਕ ਹੈ ਫਰੈਂਡਸ, 3,75,000 'ਚ ਮੈਂ ਮਸ਼ੀਨ ਨੂੰ ਐਡ ਕਰ ਲਾਂਗਾ, ਓਪਨਿੰਗ ਪਲੱਸ ਮੇਰੀ ਪਰਚੇਸਿਸ ਐਡ ਹੋ ਜਾਣਗੀਆਂ, ਮਾਈਨਸ ਕੀ ਹੋਏਗਾ? ਡੈਪਰੇਸ਼ਨ ਹੋਏਗਾ। ਠੀਕ ਹੈ ਨਾ, ਡੈਪਰੇਸ਼ਨ ਮਾਈਨਸ ਹੋ ਜਾਏਗਾ ਨਾ। ਜਦੋਂ ਮੈਂ ਡੈਪਰੇਸ਼ਨ ਮਾਈਨਸ ਕਰਾਂਗਾ ਤਾਂ ਮੇਰੀ ਕੀ ਵੈਲਿਊ ਆ ਜਾਏਗੀ? ਜਿਹੜੀ ਰਿਟਨ ਡਾਊਨ ਵੈਲਿਊ ਹੈ। ਠੀਕ ਹੈ ਨਾ, ਜੇ ਰਿਟਨ ਡਾਊਨ ਵੈਲਿਊ ਕੀ ਆ ਜਾਏਗੀ ਮੇਰੀ? ਕਲੋਜ਼ਿੰਗ ਦੀ ਕੈਰੀ ਡਾਊਨ ਦੀ ਕਿੰਨੀ ਵੈਲਿਊ ਆ ਜਾਏਗੀ ਮੇਰੀ? ਕਿੰਨਾ ਬੈਲੈਂਸ ਬਚ ਜਾਏਗਾ ਮੇਰਾ ਉਸ ਸਾਲ ਦੀ ਮੇਰੀ ਮਸ਼ੀਨ ਦਾ? ਠੀਕ ਹੈ, ਕਿੰਨਾ ਬਚ ਜਾਏਗਾ? 4,13,500। ਜੋ ਆਪਾਂ 3,75,000 'ਚ 50,000 ਐਡ ਕਰਾਂਗੇ, 4,25,000, 4,25,000 'ਚੋਂ 11,500 ਮਾਈਨਸ ਕਰਾਂਗੇ ਤਾਂ ਆਪਸ਼ਨ ਆ ਜਾਏਗਾ ਏ। ਅਗਲਾ ਕੁਐਸਚਨ ਹੈ ਐਕਸਪੈਂਡੀਚਰ ਇਨਕਰਡ ਇਨ ਐਕਵਾਇਰਿੰਗ ਦੀ ਪੇਟੈਂਟ ਰਾਈਟਸ ਫॉर ਦਾ ਬਿਜ਼ਨਸ ਇਜ਼ ਐਨ ਐਗਜ਼ਾਮਪਲ ਆਫ। ਜਿਹੜਾ ਮੈंने ਐਕਸਪੈਂਡੀਚਰ ਕੀਤਾ ਹੈ ਪੇਟੈਂਟ ਰਾਈਟਸ ਲੈਣ ਲਈ ਆਫ ਦੀ ਬਿਜ਼ਨਸ ਦੇ, ਤਾਂ ਉਹ ਕਾਹਦੀ ਐਗਜ਼ਾਮਪਲ ਹੈ? ਰੈਵਨਿਊ ਐਕਸਪੈਂਡੀਚਰ ਦੀ, ਕੈਪੀਟਲ ਐਕਸਪੈਂਡੀਚਰ ਦੀ, ਡੈਫਰਡ ਰੈਵਨਿਊ ਐਕਸਪੈਂਡੀਚਰ ਦੀ, ਐਡਮਿਨਿਸਟ੍ਰੇਟਿਵ ਐਕਸਪੈਂਡੀਚਰ ਦੀ। ਦੱਸੋ ਇਹ 'ਚੋਂ ਕਿਹੜਾ ਆਪਸ਼ਨ ਠੀਕ ਹੋਏਗਾ? ਤੁਹਾਨੂੰ ਜੇ ਰੈਵਨਿਊ ਅਤੇ ਕੈਪੀਟਲ ਐਕਸਪੈਂਡੀਚਰ 'ਚ ਡਿਫਰੈਂਸ ਪਤਾ ਹੈ ਫਿਰ ਤੁਸੀਂ ਇਹਦਾ ਆਸਾਨੀ ਨਾਲ ਆਨਸਰ ਦੇ ਸਕਦੇ ਹੋ। ਮੈਂ ਤੁਹਾਨੂੰ ਸਮਝਾਇਆ ਸੀ। ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੇਣਾ ਹੈ। ਠੀਕ ਹੈ ਫਰੈਂਡਸ, ਕਮੈਂਟ ਸੈਕਸ਼ਨ 'ਚ ਯਾਦ ਰੱਖਿਓ ਕੁਐਸਚਨ ਨੰਬਰ 8 ਮੈਨੂੰ ਇਸਦਾ ਆਨਸਰ ਜ਼ਰੂਰ ਦੇਣਾ। ਠੀਕ ਹੈ, ਅਗਲਾ ਕੁਐਸਚਨ ਹੈ 9 ਕੁਐਸਚਨ ਹੈ ਟੋਟਲ ਐਸਟ ਮਾਈਨਸ ਟੋਟਲ ਲਾਇਬਿਲਿਟੀ ਕੀ ਹੋਏਗੀ? ਓਨਰਸ ਇਕੁਇਟੀ ਹੋਏਗੀ, ਐਕਸਪੈਂਸਿਸ ਹੋਣਗੇ, ਰਿਟੇਨ ਅਰਨਿੰਗਸ ਹੋਣਗੀਆਂ, ਨੈਟ ਪ੍ਰੋਫਿਟ ਹੋਏਗਾ।
ਜੇ ਮੈਂ ਐਸਟ ਚੋਂ ਲਾਇਬਿਲਿਟੀ ਮਾਈਨਸ ਕਰਦਾ, ਟੋਟਲ ਐਸਟ ਮਤਲਬ ਫਿਕਸ ਤੇ ਕਰੰਟ ਤੇ ਲਾਇਬਿਲਿਟੀ ਕਿਹੜੀ ਕਰੰਟ ਤੇ ਫਿਕਸ ਦੋਨੋਂ ਮਾਈਨਸ ਕਰਦਾ, ਮਤਲਬ ਕਿ ਟੋਟਲ ਐਸਟ ਚੋਂ ਮੈਂ ਟੋਟਲ ਲਾਇਬਿਲਿਟੀ ਮਾਈਨਸ ਕਰਦਾ ਤਾਂ ਕੀ ਨਿਕਲ ਆਏਗਾ ਮੇਰਾ? ਇਹਦਾ ਆंसर ਆਏਗਾ ਓਨਰਸ ਇਕੁਇਟੀ। ਠੀਕ ਹੈ ਫਰੈਂड्स, ਇਹਦਾ ਕੀ ਆंसर ਆਏਗਾ? ਓਨਰਸ ਇਕੁਇਟੀ। अगला क्वेश्चन है वट विल बी डेबिटेड इफ ए बिजनेस बोर्ड द गुड्स ऑन क्रेडिट फ्रॉम मिस्टर अली। जे मैंने गुड्स जोड़े क्रेडिट ते लिते हैं मिस्टर अली तो मैं एंट्री डेबिट की कराँगा? मैं दसो, परचेसिस अकाउंट ਨੂੰ ਕਰਾਂਗਾ, ਮਿਸਟਰ ਅਲੀ ਅਕਾउंट ਨੂੰ ਕਰਾਂਗਾ, ਕੈਸ਼ ਅਕਾउंट ਨੂੰ ਕਰਾਂਗਾ, ਸੇल्स ਅਕਾउंट ਨੂੰ ਕਰਾਂਗਾ? ਕਿਹਨੂੰ ਡੈਬਿਟ ਕਰਾਂਗਾ ਮੈਂ? ਦੱਸੋ। ਇਹਦਾ ਪਹਿਲੇ ਆਪਾਂ ਇੱਕ ਵਾਰੀ ਜਨਰਲ ਐਂਟਰੀ ਬਣਾ ਕੇ ਦੇਖ ਲਈਏ। ਇੱਕ ਇਫ ਬਿਜ਼ਨਸ ਬੋਰਡ ਦੇ ਗੁड्स ਔਨ ਕ੍ਰੈਡਿਟ, ਯਾਨੀ ਕਿ ਮੇਰੇ ਕੋਲ ਕੀ ਆਇਆ? ਗੁड्स ਆਏ ਨੇ, ਪਰਚੇਸਿਸ ਅਕਾउंट ਨੂੰ ਮੈਂ ਡੈਬਿਟ ਕਰ ਲਾਂਗਾ। ਅਕਾउंट ਡੈਬਿਟ ਕਿੱਥੋਂ ਆਏ ਨੇ? ਟੂ ਮਿਸਟਰ ਅਲੀ ਤੋਂ, ਕਿਉਂਕਿ ਕ੍ਰੈਡਿਟ ਤੇ ਆਏ ਨੇ ਤਾਂ ਮੈਂ ਮਿਸਟਰ ਅਲੀ ਲਿਖਾਂ। ਜੇ ਉਹ ਕੈਸ਼ ਤੇ ਲਿਖਿਆ ਹੁੰਦਾ ਤਾਂ ਉਰੇ ਮੈਂ ਲਿਖਦਾ ਟੂ ਕੈਸ਼, ਉਹਨੂੰ ਮੈਂ ਪੈਸਾ ਦੇ ਦਿੰਦਾ। ਠੀਕ ਹੈ, ਪਰਚੇਸਿਸ ਅਕਾउंट ਡੈਬਿਟ ਟੂ ਮਿਸਟਰ ਅਲੀ। ਤਾਂ ਕਿਹੜਾ ਆਪਸ਼ਨ ਠੀਕ ਹੋ ਜਾਏਗਾ? ए ऑप्शन। ठीक है फ्रेंड्स। अगला क्वेश्चन है प्रीपेड रेंट गिवन इन द ट्रायल बैलेंस विल बी ट्रीटेड हैज अ। जब प्रीपेड रेंट दिता हो, ठीक है, ट्रायल बैलेंस में तो उन्होंने किस तरह ट्रीट करांगे? मैंने एडवांस रेंट देता, वो किस तरह का मैं ट्रायल बैलेंस में तो उसको किस तरह ट्रीट करांगे आप? दसो, एसेट, लायबिलिटी, रेवन्यू, डेफर्ड एक्सपेंस, केड़ा ऑप्शन ठीक होएगा इस चों? ये होएगा एसेट। ठीक है फ्रेंड्स, ये होएगा एसेट। अगला क्वेश्चन है अ बिजनेस इवेंट विच कैन बी मेजर्ड इन टर्म्स ऑफ मनी मस्ट बी रिकॉर्डेड इन द बुक्स ऑफ अकाउंट्स। जे मैं किसी भी चीज़ ਨੂੰ अपने इवेंट कोई भी बिजनेस ट्रांजेक्शन हो रही है ਉਹਨੂੰ ਮੇਜਰ ਕਰ ਰਿਹਾ ਹੈ ਇਨ ਟਰਮਸ ਆਫ ਮਨੀ ਤਾਂ ਮਸਟ ਬੀ ਰਿਕਾਰਡਡ ਇਨ ਦ ਬੁੱਕਸ ਆਫ ਅਕਾਊਂਟਸ ਕਾਰਡ। ਉਹਨੂੰ ਕੀ ਕਵਾਂਗੇ ਆਪਾਂ? ਜੇ ਉਹ ਰਿਕਾਰਡ ਵੀ ਕਰ ਰਿਹਾ ਉਸ ਚੀਜ਼ ਨੂੰ ਬੁੱਕਸ ਆਫ ਅਕਾਊਂਟਸ ਵਿੱਚ ਤਾਂ ਕੀ ਕਵਾਂਗੇ ਆਪਾਂ? ਕੰਡੀਸ਼ਨ ਕਵਾਂਗੇ, ਟ੍ਰਾਂਜੈਕਸ਼ਨਸ ਕਵਾਂਗੇ, ਇਨਫੋਰਮੇਸ਼ਨ ਕਵਾਂਗੇ, ਰਿਕਾਰਡ ਕਵਾਂਗੇ। ਕੋਈ ਇਵੈਂਟ ਹੋਇਆ तो हैज़ अ टर्म्स ऑफ मनी विच होया है तो उन्होंने मैंने रिकॉर्ड किया बुक्स ऑफ अकाउंट विच तो उन्होंने की कहा जाएगा? उसको कहेंगे आप ट्रांजैक्शन। ठीक है फ्रेंड्स, की कहेंगे आप ट्रांजैक्शन, बी ऑप्शन। अगला क्वेश्चन है विच वन ऑफ द फॉलोइंग इज नॉट अ फीचर ऑफ सोल प्रोप्राइटरशिप बिजनेस। दसो, पहला ऑप्शन है ईजी फॉर्मेशन, ईजी डिसोल्यूशन, अनलिमिटेड लायबिलिटी, सेपरेट लीगल एंटिटी। दसो, ਇਹ ਚੋਂ ਕਿਹੜਾ ਤੁਹਾਨੂੰ ਓਡ ਈਵਨ ਲੱਗ ਰਿਹਾ? ਤੁਸੀਂ ਓਡ ਈਵਨ ਦਾ ਫਾਰਮੂਲਾ ਲਾ ਕੇ ਦੱਸ ਸਕਦੇ ਹੋ। ਇਹਦਾ ਆंसर आ जाएगा सेपरेट लीगल एंटिटी। ਇਹ ਸੋਲ ਪ੍ਰੋਪਰਾਈਟਰਸ਼ਿਪ ਦਾ ਬਿਜ਼ਨਸ ਨਹੀਂ ਹੈ, मतलब फीचर नहीं है, सॉरी। सेपरेट लीगल एंटिटी ईजी फॉर्मेशन ਹੁੰਦਾ, ईजी डिसोल्यूशन ਹੁੰਦਾ, अनलिमिटेड लायबिलिटी ਹੁੰਦੀ ਹੈ। ठीक है फ्रेंड्स, ਇਹਦਾ ਤੁਹਾਨੂੰ ਇੱਕ ਵਾਰੀ ਕਾਰਪੋਰੇਟ ਅਕਾਊਂਟਿੰਗ ਕਰਾਵਾਂਗਾ ਨਾ ਉਸ ਵਿੱਚ, ठीक है, ਪ੍ਰੋਪਰਾਈਟਰਸ਼ਿਪ ਬਾਰੇ ਵੀ ਇੱਕ ਵਾਰੀ ਡੈਫੀਨੇਸ਼ਨ ਦੇਵਾਂਗਾ। ठीक है, तो पार्टनरशिप बारे भी दसांगा थोड़ा बहुता। ठीक है, जिन्ना आना पेपर में। ठीक है फ्रेंड्स, तो जो नॉर्मल लाओ सेंस तो तुम्हें पता लगे सो कांगी व्यापार होंगे तो वो ईजी फॉर्मेशन हो जाता है, जो ईजी डिसोल्यूशन हो जाता है, उसकी लायबिलिटी अनलिमिटेड है तो सेपरेट लीगल एंटिटी की तरह का डी ऑप्शन की हो जाएगा? अलग ही हो जाएगा ना, डी ऑप्शन ला देंगे अपना। 14 क्वेश्चन है इन विच ऑफ द फॉलोइंग स्टेटमेंट ओपनिंग स्टॉक इज शोन। मैं कितने ओपनिंग स्टॉक में शोन करदा? P&L अकाउंट, बैलेंस शीट, कोस्ट फ्लो स्टेटमेंट या ओनर्स इक्विटी? दसो, सॉरी उरे नाल आएगा ट्रेडिंग एंड P&L अकाउंट। ठीक है फ्रेंड्स, ट्रेडिंग एंड P&L अकाउंट उरे पा लो सी, ट्रेडिंग एंड P&L अकाउंट पहले ऑप्शन, ट्रेडिंग एंड P&L। दसो, ये आंसर आएगा ए ऑप्शन। ठीक है ना, ओपनिंग स्टॉक हमेशा ट्रेडिंग अकाउंट के आता। ठीक है, जो कई बार एडजस्टिड हो ना, एडजस्टिड ओपनिंग स्टॉक तो क्लोजिंग स्टॉक हो, ठीक है, फिर वो बैलेंस शीट भी जा सकता है। वैसे जो आपको बेस्ट ऑप्शन चूज करनी है तो ट्रेडिंग एंड P&L अकाउंट आएगा। ठीक है फ्रेंड्स, तो ए ऑप्शन आ जाएगा ट्रेडिंग एंड P&L अकाउंट। अगला क्वेश्चन है विच ऑफ द फॉलोइंग इज द एग्जाम्पल ऑफ नॉन डिस्ट्रीब्यूटेबल प्रॉफिट।
ਦੱਸੋ ਇਹ 'ਚੋਂ ਕਿਹੜਾ ਐਗਜ਼ਾਮਪਲ ਜਿਹੜਾ ਨੋ ਡਿਸਟ੍ਰੀਬਿਊਟੇਬਲ ਪ੍ਰੋਫਿਟ ਹੈ? ਜਨਰਲ ਰਿਜ਼ਰਵ, ਐਕੂਮੂਲੇਟਿਡ ਪ੍ਰੋਫਿਟ ਐਂਡ ਲੋਸ ਆਫ ਕ੍ਰੈਡਿਟ ਬੈਲੈਂਸ, revolutionary reserves, none of the options. ਜਿਹੜਾ ਡਿਸਟ੍ਰੀਬਿਊਟ ਨਹੀਂ ਹੋ ਸਕਦਾ, ਦੱਸੋ। ਇਸ ਕਨਸੈਪਟ ਬਾਰੇ ਤੁਹਾਨੂੰ ਹਲੇ ਸਮਝਾਇਆ ਨਹੀਂ ਮੈਂ, ਤੁਹਾਨੂੰ ਥੋੜ੍ਹਾ ਬਹੁਤਾ ਪਤਾ ਹੋਣਾ ਚਾਹੀਦਾ ਹੈ। ਦੱਸੋ। ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਕਰਿਓ, ਪੜ੍ਹ ਕੇ ਆਇਓ ਇਹਦੇ ਬਾਰੇ, ਠੀਕ ਹੈ, ਅਤੇ ਐਕਸਪਲੇਨ ਵੀ ਕਰਿਓ, ਮੈਂ ਉਹਦਾ ਰਿਪਲਾਈ ਵੀ ਕਰਾਂਗਾ, ਠੀਕ ਹੈ ਫਰੈਂਡਸ। ਕਿਹੜਾ ਕੁਐਸਚਨ ਆ ਪਹਿਲੇ, ਕਿਹੜਾ ਕੁਐਸਚਨ ਮੈਂ ਪੁੱਛਿਆ ਤੁਹਾਡੇ ਤੋਂ 8ਵਾਂ ਕੁਐਸਚਨ, ਹੁਣ ਇਹ ਵੀ ਨੋਟ ਕਰ ਲਓ 15ਵਾਂ ਕੁਐਸਚਨ, ਠੀਕ ਹੈ ਫਰੈਂਡਸ। ਅਗਲਾ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਆਰਗੇਨਾਈਜੇਸ਼ਨਸ ਕਨਵਰਟ ਦੀ ਰੋ ਮਟੀਰੀਅਲ ਇਨਟੂ ਫਿਨਿਸ਼ ਗੁੱਡਸ। ਕਿਹੜੀ ਆਰਗੇਨਾਈਜੇਸ਼ਨ ਕਨਵਰਟ ਕਰਦੀ ਹੈ ਰੋ ਮਟੀਰੀਅਲ ਨੂੰ ਫਿਨਿਸ਼ ਗੁੱਡਸ ਵਿੱਚ? ਦੱਸੋ। ਟ੍ਰੇਡਿੰਗ ਕੰਸਰਨ, ਮੈਨੂਫੈਕਚਰਿੰਗ ਕੰਸਰਨ, ਮਰਕੈਂਟਾਈਜ਼ਿੰਗ ਕੰਸਰਨ, ਸਰਵਿਸ ਕੰਸਰਨ, ਦੱਸੋ। ਇਹਦਾ ਆਨਸਰ ਆਏਗਾ ਮੈਨੂਫੈਕਚਰਿੰਗ ਕੰਸਰਨ, ਠੀਕ ਹੈ, ਉਹੀ ਕਰਦੀਆਂ ਰੋ ਮਟੀਰੀਅਲ ਨੂੰ ਫਿਨਿਸ਼ ਗੁੱਡਸ ਵਿੱਚ ਕਨਵਰਟ। ਤਾਂ ਅਗਲਾ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਪਾਰਟੀਕੂਲਰਸ ਇਜ਼ ਆਰ ਇਨਕਲੂਡਿਡ ਇਨ ਦਾ ਰਿਸਿਪਟ ਵਾਊਚਰ। ਕੀ ਰਿਸਿਪਟ ਵਾਊਚਰ 'ਚ ਰਿਕਾਰਡ ਮਤਲਬ ਆਪਣੇ ਕੋਲ ਪਾਰਟੀਕੂਲਰਸ ਹੁੰਦੇ ਨੇ? ਨੇਮ ਆਫ ਆਰਗੇਨਾਈਜੇਸ਼ਨ ਹੁੰਦਾ, ਬੈਂਕ ਰਿਸਿਪਟ ਹੁੰਦਾ, ਡੇਟ ਹੁੰਦੀ ਹੈ, ਦੱਸੋ। ਜਾਂ ਤਿੰਨੋਂ ਪਲੱਸ ਤਿੰਨੋਂ ਹੁੰਦੇ ਨੇ ਇੱਕ ਰਿਸਿਪਟ ਵਾਊਚਰ ਵਿੱਚ, ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? ਇਹਦਾ ਆਨਸਰ ਆ ਜਾਏਗਾ ਡੀ ਆਪਸ਼ਨ, ਠੀਕ ਹੈ ਫਰੈਂਡਸ। ਕਿਹੜਾ ਆਪਸ਼ਨ ਆ ਜਾਏਗਾ? ਡੀ। ਨੇਮ ਆਫ ਦੀ ਆਰਗੇਨਾਈਜੇਸ਼ਨ ਵੀ ਹੁੰਦਾ, ਬੈਂਕ ਰਿਸਿਪਟ ਵੀ ਹੁੰਦੀ ਹੈ ਅਤੇ ਡੇਟ ਵੀ ਹੁੰਦੀ ਹੈ, ਠੀਕ ਹੈ ਫਰੈਂਡਸ। ਅਗਲਾ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਐਸਟ ਇਜ਼ ਮੋਸਟ ਲਾਈਕਲੀ ਟੂ ਐਪਰੀਸ਼ੀਏਟ ਰੈਦਰ ਦੈਨ ਡੈਪਰੀਸ਼ੀਏਟ। ਦੱਸੋ। ਜ਼ਿਆਦਾ ਐਪਰੀਸ਼ੀਏਟ ਕੀਤਾ ਜਾਂਦਾ ਜੇ ਆਪਾਂ ਉਸਦੇ ਉੱਪਰ ਮੇਨਲੀ ਡੈਪਰੀਸ਼ੀਏਸ਼ਨ ਨਹੀਂ ਲੱਗਦਾ, ਦੱਸੋ। ਲੈਂਡ, ਮੋਟਰ ਵਾਹੀਕਲ, ਪਲਾਂਟਡ ਮਸ਼ੀਨਰੀ, ਫਿਕਚਰਸ ਐਂਡ ਫਿਟਿੰਗਸ, ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? ਹਮੇਸ਼ਾ ਐਪਰੀਸ਼ੀਏਟ ਹੁੰਦੀ ਹੈ ਡੈਪਰੀਸ਼ੀਏਟ ਦੀ ਬਜਾਏ, ਡੈਪਰੀਸ਼ੀਏਸ਼ਨ ਦੀ ਬਜਾਏ। ਕਿਹੜਾ ਆਪਸ਼ਨ ਠੀਕ ਹੋਏਗਾ? ਇਹ ਹੋਏਗਾ ਲੈਂਡ, ਠੀਕ ਹੈ ਫਰੈਂਡਸ। ਤੁਸੀਂ ਕਦੇ ਵੀ ਲੈਂਡ 'ਤੇ ਨਹੀਂ ਸੁਣਿਆ ਜਾਏਗਾ ਡੈਪਰੀਸ਼ੀਏਸ਼ਨ ਲੱਗਦੀ ਹੈ, ਠੀਕ ਹੈ। ਜ਼ਿਆਦਾਤਰ ਲੈਂਡ ਦੀ ਵੈਲਿਊ ਹਮੇਸ਼ਾ ਵੱਧਦੀ ਜਾਂਦੀ ਹੈ। ਅਗਲਾ ਆਪਸ਼ਨ ਹੈ ਵਿਚ ਆਫ ਦਾ ਫੋਲੋਇੰਗ ਆਈਟਮ ਨੀਡਸ ਟੂ ਬੀ ਐਂਟਰਡ ਇਨ ਦਾ ਕੈਸ਼ ਬੁੱਕ ਇਨ order ਟੂ ਬ੍ਰਿੰਗ ਇਟ ਇਨ ਲਾਈਨ ਵਿਦ ਦੀ ਐਂਟਰੀਜ਼ ਔਨ ਦਾ ਬੈਂਕ ਸਟੇਟਮੈਂਟ। ਦੱਸੋ ਕਿਹੜੀ ਐਂਟਰੀ ਨੂੰ ਕੈਸ਼ ਬੁੱਕ 'ਚ ਹੋਣਾ ਚਾਹੀਦਾ ਤਾਂ ਕਿ ਉਹ ਸੇਮ ਲਾਈਨ ਵਿੱਚ ਆ ਜਾਏ ਜਿੰਨੀਆਂ ਬੈਂਕ ਸਟੇਟਮੈਂਟ 'ਚ ਪੈ ਰਹੀਆਂ, ਦੱਸੋ। ਆ ਬੈਂਕ ਚਾਰਜਿਸ, ਐਨ ਐਰਰ ਔਨ ਦਾ ਬੈਂਕ ਸਟੇਟਮੈਂਟ, ਅਨਕ੍ਰੈਡਿਟਡ ਡਿਪੋਜ਼ਿਟ, ਅਨਪ੍ਰੈਜ਼ੈਂਟ ਚੈੱਕ, ਕਿਹੜਾ ਆਪਸ਼ਨ ਠੀਕ ਹੋਏਗਾ? ਇਹਦਾ ਆਨਸਰ ਆਏਗਾ ਏ ਆਪਸ਼ਨ, ਠੀਕ ਹੈ। ਬੈਂਕ ਚਾਰਜਿਸ ਜ਼ਿਆਦਾਤਰ ਨੀਡਸ ਹੁੰਦੀਆਂ ਜੋ ਕੈਸ਼ ਬੁੱਕ 'ਚ ਪੈ ਜਾਣ ਤਾਂ ਕਿ ਬੈਂਕ ਸਟੇਟਮੈਂਟ ਸਾਡੇ ਜਿਹੜੇ ਸਟੇਟਮੈਂਟ ਹੈ ਬੈਲੈਂਸ ਹੈ ਹਮੇਸ਼ਾ ਸੇਮ ਰਹਿਣ। ਅਗਲਾ ਕੁਐਸਚਨ ਹੈ wages paid to laborers working on the manufacturing department is treated as expense of। ਦੱਸੋ ਜਿਹੜੇ ਵੇਜਸ ਪੇ ਕਰ ਰਿਹਾ ਮੈਂ ਮੈਨੂਫੈਕਚਰਿੰਗ ਵਿੱਚ ਲੇਬਰ ਨੂੰ, ਮੈਂ ਮਜ਼ਦੂਰੀ ਦੇ ਰਿਹਾ ਜਿਹੜੀ ਮੈਂ ਤਾਂ ਮੈਨੂਫੈਕਚਰਿੰਗ ਡਿਪਾਰਟਮੈਂਟ ਵਿੱਚ, ਤਾਂ ਉਸ ਨੂੰ ਮੈਂ ਕਿਸ ਤਰ੍ਹਾਂ ਦਾ ਐਕਸਪੈਂਸ ਕਹਾਂਗਾ? ਕੋਸਟ ਆਫ ਗੁੱਡ ਸੋਲਡ, ਐਡਮਿਨਿਸਟ੍ਰੇਟਿਵ ਐਕਸਪੈਂਸਿਸ, ਸੈਲਿੰਗ ਐਕਸਪੈਂਸਿਸ, ਮਾਰਕੀਟਿੰਗ ਐਕਸਪੈਂਸਿਸ, ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? ਇਸ 'ਚੋਂ ਆਪਸ਼ਨ ਠੀਕ ਹੋਏਗਾ ਕੋਸਟ ਆਫ ਗੁੱਡ ਸੋਲਡ, ਠੀਕ ਹੈ ਫਰੈਂਡਸ। ਇਹ ਤਾਂ ਐਡਮਿਨਿਸਟ੍ਰੇਸ਼ਨ ਆਫਿਸ ਐਕਸਪੈਂਸਿਸ ਹੋ ਗਈ, ਠੀਕ ਹੈ। ਕੋਸਟ ਆਫ ਗੁੱਡ ਸੋਲਡ 'ਚ ਡਾਇਰੈਕਟ ਐਕਸਪੈਂਸਿਸ ਵਿੱਚ ਪਲੱਸ ਹੋ ਜਾਏਗਾ ਨਾ, ਪਰਚੇਸਿਸ ਪਲੱਸ ਡਾਇਰੈਕਟ ਐਕਸਪੈਂਸਿਸ। ਡਾਇਰੈਕਟ ਐਕਸਪੈਂਸਿਸ ਕੀ ਹੋਣਗੀਆਂ? ਡਾਇਰੈਕਟ ਲੇਬਰਸ, ਠੀਕ ਹੈ, ਡਾਇਰੈਕਟ ਵੇਜਿਸ, ਠੀਕ ਹੈ। ਤਾਂ ਉਹ ਪਰਚੇਸਿਸ ਪਲੱਸ ਡਾਇਰੈਕਟ ਐਕਸਪੈਂਸਿਸ, ਠੀਕ ਹੈ, ਓਪਨਿੰਗ ਪਲੱਸ ਪਰਚੇਸਿਸ ਪਲੱਸ ਡਾਇਰੈਕਟ ਐਕਸਪੈਂਸਿਸ ਮਾਈਨਸ ਕਲੋजिंग ਸਟਾਕ, ਤਾਂ ਕੋਸਟ ਆਫ ਗੁੱਡ ਸੋਲਡ 'ਚ ਹੀ ਆਵੇਗਾ, ਠੀਕ ਹੈ। ਜਿਹੜਾ ਉਸ ਪ੍ਰੋਡਕਟ ਨੂੰ ਬਣਾ ਰਿਹਾ, ਠੀਕ ਹੈ ਨਾ, ਰੋ ਮਟੀਰੀਅਲ ਨੂੰ ਫਿਨਿਸ਼ ਗੁੱਡਸ ਖਤਮ ਕਰਨ ਲਈ ਜਿਹੜੀ ਮਜ਼ਦੂਰੀ ਲੱਗ ਰਹੀ ਹੈ, ਜਿਹੜਾ ਪਰਸਨ ਉਸਦੇ ਉੱਪਰ ਕੰਮ ਕਰ ਰਿਹਾ ਹੈ, ਭਾਵੇਂ ਬਹੁਤ ਸਾਰੇ ਕੰਮ ਕਰ ਰਹੇ ਨੇ, ਉਹਨੂੰ ਕੀ ਕਹਾਂਗੇ ਆਪਾਂ? ਹਮੇਸ਼ਾ ਡਾਇਰੈਕਟ ਵੇਜਿਸ, ਜਿਹੜੇ ਆਪਾਂ ਉਸਦੀ ਉਹਨੂੰ ਮਜ਼ਦੂਰੀ ਦੇ ਪੈਸੇ ਦੇਵਾਂਗੇ। ਅਗਲਾ ਕੁਐਸਚਨ ਹੈ ਬੈਡ ਡੈਟਸ ਰਿਟਨ ਆਫ ਗਿਵਨ ਇਨ ਦਾ ਐਡਜਸਟਮੈਂਟ ਆਲਵੇਜ਼ ਅਫੈਕਟ ਦੀ। ਜਿਹੜੇ ਬੈਡ ਡੈਟਸ ਰਿਟਨ ਆਫ ਹੈ ਐਡਜਸਟਮੈਂਟ ਵਿੱਚ, ਤਾਂ ਉਹ ਕਿਸ ਨੂੰ ਅਫੈਕਟ ਕਰਦੇ ਨੇ? ਜ਼ਿਆਦਾਤਰ ਡੈਟਰਸ ਅਕਾਊਂਟ ਨੂੰ, ਕ੍ਰੈਡਿਟਰਸ ਅਕਾਊਂਟ ਨੂੰ, ਕੈਸ਼ ਅਕਾਊਂਟ ਨੂੰ, ਕੈਪੀਟਲ ਅਕਾਊਂਟ ਨੂੰ,
ਕਿਹੜਾ ਆਪਸ਼ਨ ਠੀਕ ਹੋਏਗਾ ਇਸ ਚੋਂ? ਇਹ ਹੋਏਗਾ ਡੈਟਰਸ ਅਕਾਊਂਟ। ਠੀਕ ਹੈ, ਠੀਕ ਹੈ ਨਾ ਫਰੈਂਡਸ? ਕਿਹੜਾ ਹੋਏਗਾ ਆਪਸ਼ਨ? ਡੈਟਰਸ ਅਕਾਊਂਟ। अगला क्वेश्चन है कैरेज पेड ₹50 ऑफ द न्यूली परचेज मशीनरी इफ डेबिट टू द कैरेज अकाउंट विल अफेक्ट दी। ਜੇ ਮੈਂ ਕੈਰੇਜ ਅਕਾਊਂਟ ਨੂੰ ਡੈਬਿਟ ਕਰਾਂਗਾ ਤਾਂ ਕਿਸ ਨੂੰ ਇਫੈਕਟ ਕਰਾਂਗਾ, ਮਤਲਬ ਕਿਹੜਾ ਅਕਾਊਂਟ ਇਫੈਕਟ ਹੋਏਗਾ ਦੱਸੋ? ਕੈਰੇਜ ਅਕਾਊਂਟ ਇਫੈਕਟ ਹੋਏਗਾ ਜਾਂ ਮਸ਼ੀਨਰੀ ਅਕਾਊਂਟ ਇਫੈਕਟ ਹੋਏਗਾ ਜਾਂ ਬੋਥ ਕੈਰੇਜ ਐਂਡ ਮਸ਼ੀਨਰੀ ਅਕਾਊਂਟ ਹੋਏਗਾ? ਨਨ ਆਫ ਦੀ ਗਿਵਨ ਆਪਸ਼ਨ ਹੋਣਗੀਆਂ। ਦੱਸੋ, ਉਰੇ ਡਾਇਰੈਕਟ ਐਕਸਪੈਂਸਿਸ ਦਾ ਕੰਸੈਪਟ ਲੱਗ ਰਿਹਾ। ਦੱਸੋ, ਜਿਹੜਾ ₹50 ਮੈਂ ਕੈਰੇਜ ਦੇ ਰਿਹਾ ਕਿਸੇ ਨਵੀਂ ਮਸ਼ੀਨਰੀ ਨੂੰ ਖਰੀਦਣ ਵਕਤ, ਤਾਂ ਆਪਾਂ ਜੇ ਡੈਬਿਟ ਐਕਸਪੈਂਸ ਨੂੰ ਡੈਬਿਟ ਕਰ ਰਹੇ ਹਾਂ ਤਾਂ ਮੈਂ ਕਿਸ ਦੇ ਨਾਲ ਉਹਦਾ ਇਫੈਕਟ ਹੋਏਗਾ ਦੱਸੋ? ਇਹਦਾ ਆਨਸਰ ਆਏਗਾ ਮਸ਼ੀਨਰੀ ਅਕਾਊਂਟ। ਠੀਕ ਹੈ, ਜਿਹੜੇ ਸਿੱਧੇ ਖਰਚੇ ਹੁੰਦੇ ਉਹ ਹਮੇਸ਼ਾ ਮਸ਼ੀਨਰੀ ਕਾਊਂਟਰ ਨੂੰ ਜਾ ਕੇ ਇਫੈਕਟ ਕਰਦੇ ਆ, ਉਹਦੇ ਵਿੱਚ ਹੀ ਐਡ ਹੋ ਜਾਂਦੇ। ਠੀਕ ਹੈ ਨਾ ਫਰੈਂਡਸ? ਤਾਂ ਬੀ ਆਪਸ਼ਨ ਆ ਜਾਏਗਾ। ਅਗਲਾ ਕੁਐਸਚਨ ਹੈ ਕੋਸਟ ਆਫ ਗੁੱਡਸ ਮੈਨੂਫੈਕਚਰਿੰਗ ਓਪਨਿੰਗ ਵਰਕਿੰਗ ਪ੍ਰੋਗਰੈਸ ਪਲੱਸ ਐਂਡਿੰਗ ਵਰਕਿੰਗ ਪ੍ਰੋਗਰੈਸ। ਤਾਂ ਕੀ ਕਵਾਂਗੇ ਆਪਾਂ? ਕੋਸਟ ਆਫ ਗੁੱਡ ਸੋਲਡ ਕਵਾਂਗੇ, ਪ੍ਰਾਈਮ ਕੋਸਟ ਕਵਾਂਗੇ, ਕਨਵਰਜ਼ਨ ਕੋਸਟ ਕਵਾਂਗੇ, ਟੋਟਲ ਫੈਕਟਰੀ ਕੋਸਟ ਕਵਾਂਗੇ? ਕਿਹੜਾ ਆਪਸ਼ਨ ਠੀਕ ਹੋਏਗਾ ਇਸ ਚੋਂ ਦੱਸੋ? ਇਹਦਾ ਆਨਸਰ ਆਏਗਾ ਟੋਟਲ ਫੈਕਟਰੀ ਕੋਸਟ। ਠੀਕ ਹੈ, ਵਰਕਿੰਗ ਪ੍ਰੋਗਰੈਸ ਹਮੇਸ਼ਾ ਫੈਕਟਰੀ ਕੋਸਟ ਵਿੱਚ ਹੀ ਆਉਂਦਾ। ਠੀਕ ਹੈ ਨਾ ਫਰੈਂਡਸ? ਕੋਸਟ ਆਫ ਗੁੱਡ ਸੋਲਡ ਮਾਈਨਸ ਓਪਨਿੰਗ ਵਰਕਿੰਗ ਪ੍ਰੋਗਰੈਸ ਪਲੱਸ ਐਂਡਿੰਗ ਵਰਕਿੰਗ ਪ੍ਰੋਗਰੈਸ, ਤਾਂ ਹੁਣ ਕੀ ਕਵਾਂਗੇ ਆਪਾਂ? ਟੋਟਲ ਫੈਕਟਰੀ ਕੋਸਟ ਹੋਏਗਾ। ਅਗਲਾ ਕੁਐਸਚਨ ਹੈ ਇਫ ਕੋਸਟ ਆਫ ਸੇਲਸ 95,000, ਇਨਕਮ ਕਿੰਨੀ ਹੈ ਸੇਲਸ ਚੋਂ? 2 ਲੱਖ, ਓਪਰੇਟਿੰਗ ਐਕਸਪੈਂਸ ਕਿੰਨੇ ਆ? 3 ਲੱਖ, ਤਾਂ ਨੈਟ ਰਿਜ਼ਲਟ ਕੀ ਨਿਕਲਿਆ ਆਪਣਾ ਦੱਸੋ? ਓਪਰੇਟਿੰਗ ਖਰਚੇ ਵੀ ਦਿੱਤੇ ਹੋਏ 3 ਲੱਖ, ਸੇਲ ਮੇਰੀ 2 ਲੱਖ ਹੋਈ ਹੈ, ਅਤੇ ਕੋਸਟ ਆਫ ਸੇਲ ਉਹਦੀ ਅਮਾਊਂਟ ਜਿੰਨੀ ਬਣੀ ਉਸ ਪ੍ਰੋਡਕਟ ਦੀ, ਜਿਹੜਾ ਤੁਹਾਨੂੰ ਮੈਂ ਕੋਸਟ ਸ਼ੀਟ ਕਰਾਇਆ ਸੀ, ਤਾਂ ਦੱਸੋ ਮੈਨੂੰ ਕੀ ਨਿਕਲ ਆਏਗਾ? ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੱਸਿਓ। ਠੀਕ ਹੈ, ਠੀਕ ਹੈ ਨਾ? ਤੁਸੀਂ ਨੋਰਮਲ ਵੀ ਸੋਚੋ, ਤੁਹਾਨੂੰ ਪਤਾ ਲੱਗ ਜਾਏਗਾ ਇਹਦਾ ਆਨਸਰ ਕੀ ਆਏਗਾ। 1,95,000 ਲੋਸਿਸ ਆਏਗਾ, 1,95,000 ਪ੍ਰੋਫਿਟਸ ਆਏਗਾ, 1,05,000 ਪ੍ਰੋਫਿਟਸ ਆਏਗਾ, 1,05,000 ਲੋਸਿਸ ਆਏਗਾ। ਠੀਕ ਹੈ ਫਰੈਂਡਸ, ਜ਼ਰੂਰ ਦੱਸਿਓ ਮੈਨੂੰ। ਠੀਕ ਹੈ ਨਾ? ਕੋਈ ਨੂਮੈਰੀਕਲ ਵੀ ਆ ਸਕਦਾ ਉੱਥੇ, ਇੱਕ ਨੋਰਮਲ ਜਿਹਾ, ਵੈਸੇ ਇਹ 'ਚ ਕੋਈ ਔਖਾ ਨਹੀਂ ਹੈ। ਜੇ ਤੁਸੀਂ ਥੋੜ੍ਹਾ ਜਿਹਾ ਸੋਚੋਗੇ ਨਾ ਤੁਹਾਨੂੰ ਆਨਸਰ ਲੱਭ ਜਾਏਗਾ। ਠੀਕ ਹੈ ਫਰੈਂਡਸ? ਤਾਂ ਮੈਂ ਤੁਹਾਡੇ ਤੋਂ ਕਿਹੜਾ ਕੁਐਸਚਨ ਪੁੱਛ ਚੁੱਕਾ, ਇੱਕ ਵਾਰੀ ਨੋਟ ਕਰ ਲਓ। 8ਵਾਂ, 15 ਅਤੇ 24। ਠੀਕ ਹੈ ਫਰੈਂਡਸ? 8ਵਾਂ ਅਤੇ 15ਵਾਂ ਅਤੇ 24, 24ਵਾਂ ਮਤਲਬ। अगला क्वेश्चन है वट इज़ द प्रॉपर ऑर्डर ऑफ द फॉलोइंग स्टैप्स इन द अकाउंटिंग प्रोसैस। अकाउंटिंग प्रोसैस किहड़े स्टैप लगते हैं? जो तुहानूं मैं पहला मतलब कि पहला सैकेंड लैक्चर कराया सी, उसमें तुहानूं अकाउंटिंग प्रोसैस का तुहानूं एक साइकल दस्सिया सी। दसो, प्रिपेयर एंड एनालाइज द ट्रायल बैलेंस, रिकॉर्ड द रेलिवेंट ट्रांजैक्शंस एंड इवेंट्स इन जर्नल, एनालाइज ईच ट्रांजैक्शंस इवेंट फ्रॉम द सोर्स डॉक्यूमेंट्स, या पोस्ट जनरल इन्फॉर्मेशन टू द लेजर अकाउंट। दसो किहड़ा ऑप्शन ठीक रहेगा? ਪ੍ਰੋਸੈਸ ਕਿਸ ਤਰ੍ਹਾਂ ਚੱਲਦਾ ਆਪਣਾ? ਇਹ ਆਪਸ਼ਨ ਹੈ 3rd 4th 1st 2nd, ਬੀ ਹੈ 1st 2nd 3rd ਔਰ 4th। ਇਹਨੂੰ ਦੇਖ ਕੇ ਤੁਸੀਂ ਉਰੇ ਬਣਾਓ ਕ੍ਰੋਨੋਲੋਜੀਕਲ ਆਰਡਰ ਵਿੱਚ। ਸੀ ਹੈ 3rd 2nd 4th 1st, ਡੀ ਹੈਗਾ 3rd 2nd 1st 4th। ਕਿਹੜਾ ਆਪਸ਼ਨ ਠੀਕ ਰਹੇਗਾ? ਇਹਦਾ ਆਨਸਰ ਆ ਜਾਏਗਾ ਸੀ ਆਪਸ਼ਨ। ਠੀਕ ਹੈ ਫਰੈਂਡਸ? ਪਹਿਲੇ ਐਨਾਲਾਈਜ਼ ਕਰਾਂਗੇ ਈ ਟ੍ਰਾਂਜੈਕਸ਼ਨ ਸੇ ਇਵੈਂਟ ਫਰੋਮ ਦੀ ਸੋਰਸਿਸ ਡਾਕੂਮੈਂਟਸ ਨੂੰ,
फिर उन्होंने आप जनरल च रिकॉर्ड करांगे, फिर पोस्ट करांगे लैजर अकाउंट च, फिर ट्रायल बैलेंस बनेगा। ठीक है फ्रेंड्स, सो ऑप्शन आ जाएगा सी। अगला क्वेश्चन है, ऑल ऑफ द बिलो आइटम्स आर डायरेक्टली रिकॉर्डेड बाय द बैंक विदाउट इंटीमेटिंग द बिजनेस अंटिल द एंड ऑफ द मंथ एक्सेप्ट। दसो कुछ ਜਿਹੜੀ ਐਂਟਰੀਜ਼ ਹੁੰਦੀਆਂ ਉਹ ਬਿਜ਼ਨਸ ਨੂੰ ਬਿਨਾਂ ਦੱਸਿਆ ਹੀ ਬੈਂਕ ਜਿਹੜਾ ਉਹ ਆਪਣੀ ਤਰਫ ਤੋਂ ਰਿਕਾਰਡ ਕਰ ਦਿੰਦਾ ਬੈਂਕ ਸਟੇਟਮੈਂਟ 'ਚ। ਕਿਹਨੂੰ ਛੱਡ ਕੇ? ਬੈਂਕ ਚਾਰजेस, ਇੰਟਰਸਟ ਔਨ ਓਵਰਡਰਾਫਟ, ਅਨਪ੍ਰੈਜ਼ੈਂਟਡ ਚੈੱਕਸ, ਡਾਇਰੈਕਟ ਰਿਸਿਪਟਸ। ਦੱਸੋ ਤੁਹਾਨੂੰ ਕਿਹੜਾ ਇਹ 'ਚੋਂ ਲੱਗ ਰਿਹਾ ਕਿ ਜੋ ਬਿਲਕੁਲ ਉਹ ਆਪਸ਼ਨ ਤਾਂ ਹੋ ਹੀ ਨਹੀਂ ਸਕਦਾ ਇਸ ਵਿੱਚ, ਜੋ ਇੱਕ ਜਿਹੜਾ ਬੈਂਕ ਸਟੇਟਮੈਂਟ ਹੈ ਆਪਣੀ ਤਰਫ ਤੋਂ ਰਿਕਾਰਡ ਕਰ ਲੈਂਦਾ ਹੈ। ਕਿਹਨੂੰ ਛੱਡ ਕੇ ਹੋ ਸਕਦਾ? ਕਿਹੜਾ ਆਪਸ਼ਨ ਲੱਗੇਗਾ ਇਸ 'ਚ? ਇਹ ਆंसर आ जाएगा सी। ठीक है फ्रेंड्स, अनप्रजेंटेड चेक्स। ठीक है, वो डायरेक्टली रिकॉर्ड नहीं करता। ठीक है ना, अनक्लीयर्ड चैक्स ਜਿਹੜੇ ਹੁੰਦੇ ਉਹ डायरेक्टली रिकॉर्ड नहीं करता। बैंक चार्ज जो डायरेक्टली रिकॉर्ड कर सकता है, इंटरस्ट ऑन ओवरड्राफ्ट कर सकता है, डायरेक्ट रिसिप्ट कर सकता है। ठीक है फ्रेंड्स, अगला क्वेश्चन है, विच ऑफ द फॉलोइंग इज नॉट एन एसेट अकाउंट। ਕਿਹੜਾ ਐਸੈਟ ਅਕਾਊਂਟ ਨਹੀਂ ਹੈ? ਦੱਸੋ। ਪਲਾਂਟ ਐਂਡ ਮਸ਼ੀਨਰੀ, ਲੋਨ ਟੂ XYZ ਅਕਾਊਂਟ ਕੰਪਨੀ, ਕੈਸ਼ ਐਟ ਬੈਂਕ, ਲੋਨ ਫਰॉम दी ABC ਅਕਾਊਂਟ। ਕਿਹੜਾ ਐਸੈਟ ਅਕਾਊਂਟ ਨਹੀਂ ਹੈ? ਦੱਸੋ। मतलब कि इन्हें तो एसेट नहीं मन्निया जा सकता। किहड़ा ऑप्शन होएगा? इसका आंसर आएगा लोन फ्रॉम ABC कंपनी। ठीक है, ये लाइबिलिटी है मेरी एक तरह की। ठीक है, भावें लॉन्ग टर्म हो सकती है, भावें करंट की हो सकती है, शॉर्ट टर्म की हो सकती है। सो डी ऑप्शन लग जाएगा। अगला क्वेश्चन है, अ बैलेंस ऑफ द पासबुक रिटन इन ब्रैकेट्स बाय द बैंक इज नोन हैज़। ਜਿਹੜਾ ਬੈਲੈਂਸ ਪਾਸਬੁੱਕ 'ਚ ਰਿਟਨ ਹੁੰਦਾ ਹੈ ਇਨ ਬ੍ਰੈਕਟਸ ਵਿੱਚ ਤਾਂ ਬਾਈ ਬੈਂਕ ਵੱਲੋਂ, ਤਾਂ ਉਸਨੂੰ ਕੀ ਕਿਹਾ ਜਾਂਦਾ? ਫੇਵਰੇਬਲ ਬੈਲੈਂਸ ਆਫ ਫॉर ਕਸਟਮਰ, ਅਨਫੇਵਰੇਬਲ ਬੈਲੈਂਸ ਆਫ ਫॉर ਬੈਂਕ, ਅਨਫੇਵਰੇਬਲ ਬੈਲੈਂਸ ਫॉर ਕਸਟਮਰ, ਜਾਂ ਨਨ ਆਫ ਦੀ ਅਬਵ। ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? इसका आंसर आएगा ए ऑप्शन। ठीक है फ्रेंड्स, फेवरेबल बैलेंस फॉर कस्टमर। अगला क्वेश्चन है, विच ऑफ द फॉलोइंग इज एग्जाम्पल ऑफ डायरेक्ट मटीरियल कॉस्ट। विचों केड़ी एग्जाम्पल डायरेक्ट मटीरियल कॉस्ट दी है? दसो। प्रोडक्शन वर्कर वेजिस, डेप्रेशन एक्सपेंसिस, अ पीस ऑफ वुड फॉर द प्रोडक्शन ऑफ चेयर, या पॉलिश एंड फिनिशिंग मटीरियल फॉर चेयर अदर दैन दी नॉन डायरेक्ट और फैक्टरी। किहड़ा ऑप्शन होएगा जिहड़ा डायरेक्ट मटीरियल कॉस्ट विच ऐड होएगा? एक तरह की एग्जाम्पल है, मटीरियल पूछा हो रहा। अच्छा, ਇਹਦਾ ਆਂਸਰ ਆਏਗਾ ਸੀ ਆਪਸ਼ਨ। ਇੱਕ ਪੀਸ ਆਫ ਵੁੱਡ ਹੈ ਜਿਹੜਾ ਪ੍ਰੋਡਕਸ਼ਨ ਲਈ ਮੈਂ ਚੇਅਰ ਬਣਾਉਣ ਨੂੰ ਮੈਂ ਕਿਵੇਂ ਚੇਅਰ ਬਣਾਵਾਂਗਾ? ਕਿਸੇ ਵੁੱਡ ਨਾਲ ਹੀ ਬਣਾਵਾਂਗਾ ਨਾ, ਉਹ ਕੀ ਹੋਏਗਾ? ਹਮੇਸ਼ਾ ਮੇਰਾ डायरेक्ट मटीरियल होएगा। ठीक है फ्रेंड्स, तो सी ऑप्शन लग जाएगा अपना। अगला क्वेश्चन है, एक्सपेंडिचर इनकर्ड इन एक्वायरिंग द पेटेंट राइट्स फॉर द बिजनेस। ये तो फेयर हो गया, रिपीट हो गया है, तो तुम ਤਾਂ ਵੀ ਦੱਸ ਸਕਦੇ ਹੋ ਮੈਨੂੰ। ठीक है, ਕਿਹੜਾ ਹੋਏਗਾ ਇਹਦਾ? ਐਕਸਪੈਂਸਿਚਰ ਇਨਕਰਡ ਆਫ ਪੇਟੈਂਟ ਰਾਈਟਸ ਵਕਤ, ਤਾਂ ਕਿਹੜਾ ਆਪਸ਼ਨ ਠੀਕ ਹੋਏਗਾ ਇਸ ਚੋਂ? ਰੈਵਨਿਊ, ਕੈਪੀਟਲ, ਡੈਫਰਡ ਰੈਵਨਿਊ ਐਕਸਪੈਂਡੀਚਰ, ਐਡਮਿਨਿਸਟ੍ਰੇਟਿਵ ਐਕਸਪੈਂਡੀਚਰ। ਜਿਹੜਾ ਮੈਂ ਐਕਸਪੈਂਸ ਕਰ ਰਿਹਾ ਪੇਟੈਂਟ ਰਾਈਟਸ ਖਰੀਦਣ ਲਈ ਬਿਜ਼ਨਸ ਦੇ, ਤਾਂ ਕਿਹੜੀ ਐਗਜ਼ਾਮਪਲ ਹੋਏਗੀ? ਪੇਟੈਂਟ ਰਾਈਟਸ ਤੁਹਾਨੂੰ ਪਤਾ ਨਾ ਕਿ ਮੈਂ ਇੱਕ ਬਿਜ਼ਨਸ ਦੇ ਰਾਈਟਸ ਖਰੀਦ ਲੈਣਾ ਤਾਂ ਕਿ ਮੇਰੀ ਕੋਈ ਵੀ ਚੀਜ਼ ਬਣਾਈ ਹੋਈ ਚੀਜ਼ ਕੋਈ ਕਾਪੀ ਨਾ ਕਰ ਲਵੇ, ਤਾਂ ਉਹਦੇ ਲਈ ਮੈਂ ਇੱਕ ਪੇਟੈਂਟ ਰਾਈਟ ਖਰੀਦ ਲੈਣਾ। ਠੀਕ ਹੈ, ਉਹਨੂੰ ਕੀ ਕਹਾਂਗੇ ਆਪਾਂ? ਰੈਵਨਿਊ ਐਕਸਪੈਂਡੀਚਰ, ਕੈਪੀਟਲ ਐਕਸਪੈਂਡੀਚਰ, ਡੈਫਰਡ ਰੈਵਨਿਊ ਐਕਸਪੈਂਡੀਚਰ, ਐਡਮਿਨਿਸਟ੍ਰੇਟਿਵ ਐਕਸਪੈਂਡੀਚਰ। आई थिंक ਤੁਹਾਨੂੰ ਮੈਂ ਇਹੀ ਕੁਐਸਚਨ ਪੁੱਛਿਆ ਸੀ ਨਾ ਕਮੈਂਟ ਸੈਕਸ਼ਨ ਵਿੱਚ, ਦੇਖਿਓ ਜਰਾ। ਇਹੀ ਕੁਐਸਚਨ ਸੇਮ ਪੁੱਛਿਆ ਸੀ ਤੁਹਾਨੂੰ ਮੈਂ ਕਮੈਂਟ ਸੈਕਸ਼ਨ ਵਿੱਚ। ਮੈਂ ਤੁਸੀਂ ਇਹਦਾ ਰਿਪੀਟ ਨਹੀਂ, ਮੈਂ ਤੁਸੀਂ ਇੱਕ ਵਾਰ ਦੁਬਾਰਾ ਇਸ ਨੂੰ ਪੜ੍ਹ ਸਕਦੇ ਹੋ ਅਤੇ ਮੈਨੂੰ ਦੱਸ ਸਕਦੇ ਹੋ। ਠੀਕ ਹੈ, ਇਹ ਗਲਤੀ ਨਾਲ ਰਿਪੀਟ ਹੋ ਗਿਆ। ਤਾਂ ਜਿਹੜਾ ਤੁਹਾਨੂੰ ਪਹਿਲੇ ਕੁਐਸਚਨ ਪੁੱਛਿਆ ਸੀ ਉਹ ਸੇਮ ਹੀ ਹੈ, ਬਟ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਇਸਦਾ ਆਂਸਰ ਜ਼ਰੂਰ ਦਿਓ। ਤੁਹਾਨੂੰ ਮੈਂ ਪਹਿਲੇ ਪੁੱਛ ਚੁੱਕਾ। अगला क्वेश्चन है, कैश बुक इज अ पार्ट ऑफ वाउचर, जनरल लेजर या जनरल ट्रायल बैलेंस। दसो किहदा पार्ट आओ? ये आएगा सी ऑप्शन। ठीक है फ्रेंड्स, जनरल लेजर का भी पार्ट है। ठीक है, अगला क्वेश्चन है, A second hand car purchase is 2 lakh, sold at 1,40,000, depreciation is 10%। ठीक है, स्ट्रेट लाइन मेथड लग रहा है
ਤਾਂ ਪ੍ਰੋਫਿਟ ਤੇ ਲੋਸ ਦੱਸਣਾ ਹੈ ਕਾਰ ਦਾ। ਦੱਸੋ। ਪ੍ਰੋਫਿਟ ਹੋਏਗਾ ਜਾਂ ਲੋਸ ਹੋਏਗਾ? ਜੇ ਕੋਈ ਆਪਾਂ ਨੇ ਸੈਕਿੰਡ ਹੈਂਡ ਕਾਰ ਪਰਚੇਸ ਕੀਤੀ ਹੈ 2 ਲੱਖ ਦੀ, ਫਿਰ ਆਪਾਂ ਨੇ ਸੋਲਡ ਕਰਤੀ 1,40,000 ਦੀ 2 ਸਾਲ ਬਾਅਦ, ਤੇਰੇ ਡੈਪਰੇਸ਼ਨ ਲੱਗ ਰਹੀ ਹੈ ਹਰੇਕ ਸਾਲ 10%, ਤਾਂ ਸਟੇਟ ਐਂਡ ਮੈਥਡ ਦੇ ਹਿਸਾਬ ਸਿਰ ਤਾਂ ਪ੍ਰੋਫਿਟ ਹੋਏਗਾ ਲੋਸ ਹੋਏਗਾ? ਦੱਸੋ। 20,000 ਲੋਸ ਹੋਏਗਾ, 20,000 ਪ੍ਰੋਫਿਟ ਹੋਏਗਾ, 10,000 ਲੋਸ ਹੋਏਗਾ, 10,000 ਪ੍ਰੋਫਿਟ ਹੋਏਗਾ? ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? ਇਹਦਾ ਆਨਸਰ ਮੈਂ ਤੁਹਾਨੂੰ ਦੱਸਿਆ ਕਿਵੇਂ ਆਏਗਾ। ਪਹਿਲੇ ਆਪਾਂ ਨੇ ਪਰਚੇਸ ਕੀਤੀ 2 ਲੱਖ ਦੀ, ਠੀਕ ਹੈ। ਠੀਕ ਹੈ, ਪਹਿਲੇ ਸਾਲ ਡੈਪਰੇਸ਼ਨ ਕਿੰਨੀ ਲੱਗੀ? 10%, ਤਾਂ 20,000 ਲਾ ਦਾਂਗੇ। ਠੀਕ ਹੈ, ਪਹਿਲੇ ਸਾਲ ਤਾਂ ਕਿੰਨਾ ਬਚ ਗਿਆ ਪਹਿਲੇ ਸਾਲ ਐਂਡ ਵਿੱਚ ਮੇਰੀ? 1,80,000। ਦੂਜੇ ਸਾਲ ਲਿਆਏ ਆਪਾਂ ਮਸ਼ੀਨਰੀ 1,80,000 ਚੋਂ। ਠੀਕ ਹੈ, ਸਟੇਟ ਐਂਡ ਮੈਥਡ ਹੈ, ਯਾਨੀ ਕਿ ਉਹ ਮਤਲਬ ਫਿਕਸ ਰਹੇਗਾ, ਓਰੀਜਨਲ ਉੱਪਰ ਹੀ ਲੱਗੇਗੀ ਮੇਰੀ ਡੈਪਰੇਸ਼ਨ, ਤਾਂ ਸੇਮ ਹੀ ਲੱਗੇਗੀ ਮੇਰੀ 20,000। ਠੀਕ ਹੈ, ਤਾਂ 1,60,000, 1,60,000 ਮੇਰੀ ਦੂਜੇ ਸਾਲ ਵੈਲਿਊ ਕਿੰਨੀ ਰਹਿ ਗਈ ਮੇਰੀ? 1,60,000। ਕਾਰ ਦੀ ਕਿੰਨੀ ਵੈਲਿਊ ਰਹਿ ਗਈ ਦੂਜੇ ਸਾਲ? 1,60,000। ਤਾਂ ਮੈਂ ਕਿੰਨੇ ਦੀ ਵੇਚਤੀ? 1,40,000 ਦੀ। ਤਾਂ ਮੈਨੂੰ ਕਿੰਨੇ ਕਿੰਨੇ ਦਾ ਲੋਸ ਹੋਇਆ? 20,000 ਦਾ ਲੋਸ ਹੋ ਗਿਆ ਨਾ। 20,000 ਦਾ ਲੋਸ ਹੋ ਗਿਆ, ਤਾਂ ਕਿਹੜਾ ਆਪਸ਼ਨ ਲੱਗ ਜਾਏਗਾ ਉਰੇ? ਇਹ ਆਪਸ਼ਨ। ਠੀਕ ਹੈ ਫਰੈਂਡਸ, ਕਿਹੜਾ ਆਪਸ਼ਨ ਲੱਗ ਜਾਏਗਾ? ਇਹ ਆਪਸ਼ਨ। ਸਟੇਟ ਐਂਡ ਮੈਥਡਸ ਕੀ ਹੁੰਦਾ? ਜੋ ਮੈਂ ਓਰੀਜਨਲ ਜਿਹੜੀ ਅਮਾਊਂਟ ਹੁੰਦੀ ਹੈ ਉਹਦੇ ਉੱਪਰ ਜਿਹੜਾ ਡੈਪਰੇਸ਼ਨ ਲੱਗਦਾ ਉਹੀ ਹਰੇਕ ਸਾਲ ਲੱਗਦਾ ਜਾਂਦਾ। ਅਤੇ ਡਿਮਿਨਿਸ਼ਿੰਗ ਮੈਥਡਸ ਕੀ ਹੁੰਦਾ? ਜਿਹੜੇ ਹਰੇਕ ਸਾਲ ਜਿਹੜੀ ਬੁੱਕ ਵੈਲਿਊ ਆਉਂਦੀ ਹੈ ਉਸ ਦੇ ਉੱਪਰ ਮੇਰਾ ਡੈਪਰੇਸ਼ਨ ਲੱਗਦਾ ਜਾਂਦਾ। ਠੀਕ ਹੈ, ਮਤਲਬ ਕਿ ਡੈਪਰੇਸ਼ਨ ਦਾ ਪਰਸੈਂਟੇਜ ਸੇਮ ਰਹਿੰਦੀ ਹੈ, ਬਸ ਬੁੱਕ ਵੈਲਿਊ ਉੱਪਰ ਲੱਗਦੀ ਜਾਂਦੀ ਹੈ, ਓਰੀਜਨਲ ਉੱਪਰ ਨਾ ਲੱਗ ਕੇ ਬੁੱਕ ਵੈਲਿਊ ਉੱਪਰ ਲੱਗਦੀ ਜਾਂਦੀ ਹੈ। ਅਗਲਾ ਕੁਐਸਚਨ ਹੈ, ABC ਕੰਪਨੀ हैज़ अ कैपिटल 1 लाख, लॉन्ग टर्म लाइबिलिटीज़ 50,000, नेट प्रॉफिट 15,000, 15,000 ਉਹ ਹੈਗਾ 50,000, ਇਹ ਹੈਗਾ 15,000, ਤੇ ਲਾਇਬਿਲਿਟੀ ਹੈਗੀ 1,75,000, ਯਾਨੀ ਕਿ 1,75,000। ਵਟ ਵਿਲ ਬੀ ਦਾ ਅਮਾਊਂਟ ਆਫ ਦੀ ਕਰੰਟ ਲਾਇਬਿਲਿਟੀ? ਕਰੰਟ ਲਾਇਬਿਲਿਟੀ ਦੀ ਅਮਾਊਂਟ ਕੀ ਹੋਏਗੀ ਦੱਸੋ? 20,000 ਹੋਏਗੀ, 1,50,000 ਹੋਏਗੀ, 10,000 ਹੋਏਗੀ, 1,25,000 ਹੋਏਗੀ? ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? ਮੈਨੂੰ ਕਰੰਟ ਲਾਇਬਿਲਿਟੀ ਪੁੱਛੀ ਹੈ, ਲੌਂਗ ਟਰਮ ਆਪਾਂ ਨੂੰ ਦਿੱਤੀ ਹੋਈ ਹੈ, ਦੱਸੋ। ਦੱਸੋ। ਇਹਦਾ ਦੇਖੋ ਤੁਸੀਂ, ਆਪਾਂ ਨੂੰ ਟੋਟਲ ਲਾਇਬਿਲਿਟੀ ਦਿੱਤੀ ਹੋਈ 1,75,000, ਠੀਕ ਹੈ, ਅਤੇ ਲੌਂਗ ਟਰਮ ਲਾਇਬਿਲਿਟੀ ਦਿੱਤੀ ਹੋਈ 50,000। 50,000 ਨੂੰ ਮਾਈਨਸ ਕਰਾਂਗੇ ਤਾਂ ਕਿੰਨਾ ਆ ਜਾਏਗਾ? 5, 2, 1,25,000। 1,25,000 ਕੀ ਹੋ ਜਾਏਗੀ ਮੇਰੀ? ਕਰੰਟ ਲਾਇਬਿਲਿਟੀ ਹੋ ਜਾਏਗੀ। ਤਾਂ ਉਹੀ ਆਪਸ਼ਨ ਉਰੇ ਲੱਗ ਜਾਏਗਾ ਡੀ। ਠੀਕ ਹੈ ਫਰੈਂड्स, डी ऑप्शन 1,25,000। अगला क्वेश्चन है, अ मैन्युफैक्चरिंग कंसर्न हैज़ अ रॉ मटेरियल ऑफ वर्थ 1 लाख, डायरेक्ट लेबर 75,000, फैक्ट्री ओवरहेड 50,000। ਤਾਂ ਕਨਵਰਜ਼ਨ ਕੋਸਟ ਕਿਹੜੀ ਆਏਗੀ ਮੇਰੀ? ਦੱਸੋ। ਕਨਵਰਜ਼ਨ ਕੋਸਟ ਜੇ ਤੁਹਾਨੂੰ ਮੈਂ ਸਮਝਾ ਚੁੱਕਾ, ਤਾਂ ਦੱਸੋ ਕਿਹੜੀ ਆਏਗੀ? ਕੀ ਐਡ ਹੁੰਦਾ ਇਸ 'ਚ? ਇਹ ਵੀ ਦੱਸ ਸਕਦੇ ਹੋ ਤੁਸੀਂ ਮੈਨੂੰ। 1,50,000, 1,75,000, 1,25,000 ਆंसर ਆਏਗਾ, ਜਾਂ 2,25,000 ਆਏਗਾ? ਸਾਰਾ ਕੁਝ ਦਿੱਤਾ ਪਿਆ ਉਰੇ ਆਪਾਂ ਨੂੰ। ਇਹਦਾ ਆंसर ਆਏਗਾ 1,25,000। ਠੀਕ ਹੈ ਫਰੈਂड्स, 75,000 ਵਿੱਚ ਮੈਂ 50,000 ਪਲੱਸ ਕਰ ਦਾਂਗਾ। ਠੀਕ ਹੈ, ਤਾਂ ਮੇਰਾ ਕਿੰਨਾ ਆ ਜਾਏਗਾ? 1,25,000। ਅਗਲਾ ਕੁਐਸਚਨ ਹੈ, ਦ ਸ਼ੇਅਰ ਰਿਟਰਨ ਡੇ ਬੁੱਕ ਵੁੱਡ ਇਨਕਲੂਡ। ਸ਼ੇਅਰ ਰਿਟਰਨ ਜਿਹੜੀ ਡੇ ਬੁੱਕ ਹੈ ਉਸ 'ਚ ਕੀ ਇਨਕਲੂਡ ਕਰਦੇ ਆ? ਗੁੱਡਸ ਬੋਟ ਔਨ ਕ੍ਰੈਡਿਟ, ਫਿਕਸ ਐਸਟ ਬੋਟ ਡੈਟ ਆਰ ਇਨਐਪਰੋਪ੍ਰੀਏਟ ਫॉर ਬਿਜ਼ਨਸ, ਸਟਾਕ ਡੈਟ ਕਸਟਮਰਸ ਹੈਵ ਰਿਟਰਨਡ, ਗੁੱਡਸ ਬੋਟ ਔਨ ਕ੍ਰੈਡਿਟ ਡੈਟ ਆਰ ਰਿਟਰਨ ਟੂ ਦ ਓਰੀਜਨਲ ਸਪਲਾਇਰ। ਦੱਸੋ ਕੀ ਰਿਕਾਰਡ ਕੀ ਰਿਕਾਰਡ ਹੁੰਦਾ ਉਸ 'ਚ? ਕਿਹੜਾ ਆਪਸ਼ਨ ਠੀਕ ਰਹੇਗਾ? ਇਹਦਾ ਆंसर ਆ ਜਾਏਗਾ ਸੀ ਆਪਸ਼ਨ। ਠੀਕ ਹੈ, ਸਟਾਕ ਦੈਟ ਕਸਟਮਰਸ ਹੈਵ ਰਿਟਰਨਡ, ਤਾਂ ਸ਼ੇਅਰ ਰਿਟਰਨ ਬੁੱਕ 'ਚ ਆਪਾਂ ਉਹੀ ਰਿਕਾਰਡ ਕਰਾਂਗੇ ਨਾ, ਤਾਂ ਆ ਜਾਏਗਾ ਸੀ ਆਪਸ਼ਨ। ਅਗਲਾ ਹੈਗਾ, ਟੋਟਲ ਸੇਲਸ ਆਰ ਕੈਲਕੂਲੇਟਿਡ ਬਾय ਐਡਿੰਗ। ਟੋਟਲ ਸੇਲ ਕਿਵੇਂ ਕੈਲਕੂਲੇਟ ਹੁੰਦੀ ਹੈ?
कैश सेल, कैश रिसीव फ्रॉम डेटर्स, क्रेडिट सेल, कैश रिसीव फ्रॉम डेटर्स, कैश सेल, क्रेडिट सेल्स, कैश सेल्स आएगा और यस एंड क्रेडिट परचेसेस। कितना मेरी टोटल से निकल रही है ये दसो बस, पूरे सेल्स आएगा। इसका आंसर आ जाएगा मेरा कैश सेल एंड क्रेडिट सेल, इन दोनों टोटल ही मेरा टोटल सेल कहा जाएगा। अगला क्वेश्चन है, इन द कॉस्ट ऑफ गुड्स सोल्ड स्टेटमेंट द सम ऑफ द लेबर कॉस्ट एंड द फैक्ट्री ओवरहेड इज नोन एज। दसो कन्वर्जन कॉस्ट आएगा, प्राइम कॉस्ट आएगा, टोटल फैक्ट्री कॉस्ट आएगा, कॉस्ट ऑफ गुड्स सोल्ड मैन्युफैक्चरिंग आएगा, जिस ਵਿੱਚ मेरी लेबर लग रही है तो फैक्ट्री के ओवरहेड लग रहे हैं। लेबर है वो सिर्फ कली, दसो। ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੇਣਾ, ਠੀਕ ਹੈ ਫਰੈਂਡਸ। ਹੁਣ ਤਾਂ ਕਿਹੜਾ ਕੁਐਸਚਨ ਪੁੱਛ ਚੁੱਕਾ, 8ਵਾਂ 15ਵਾਂ 24ਵਾਂ ਤੇ 34, ਠੀਕ ਹੈ ਫਰੈਂड्स, ਨਾ 37 ਸੌਰੀ, ਠੀਕ ਹੈ 8ਵਾਂ 15ਵਾਂ 24ਵਾਂ ਤੇ 37, ਇਹ ਨੋਟ ਕਰ ਲਓ ਤੇ ਮੈਨੂੰ ਇਹਦਾ ਆਨਸਰ ਤੁਸੀਂ ਕਮੈਂਟ ਸੈਕਸ਼ਨ ਜ਼ਰੂਰ ਦੇਣਾ। 4 ਕੁਐਸਚਨ ਹੋ ਚੁੱਕੇ ਨੇ, ਇਹਦਾ ਤੁਸੀਂ ਆਨਸਰ ਮੈਨੂੰ ਜ਼ਰੂਰ ਕਮੈਂਟ ਸੈਕਸ਼ਨ ਜ਼ਰੂਰ ਦੇਣਾ। ਤੁਹਾਨੂੰ ਮੈਂ ਸਮਝਾ ਚੁੱਕਾ, ਮਤਲਬ ਕਿ ਇਸ ਵਿੱਚ ਤੁਹਾਨੂੰ ਐਕਸਪਲੇਨ ਕਰ ਚੁੱਕਾ, ਤੁਸੀਂ ਵੀ ਕੱਲ੍ਹ ਵੀ ਆਪਣੀ ਤੌਰ 'ਤੇ ਵੀ ਪਾਰਟੀਸਪੇਟ ਜ਼ਰੂਰ ਕਰਿਓ ਤੇ ਮੈਨੂੰ ਦੱਸਿਓ ਕਿ ਜੇ ਕੋਸਟ ਆਫ ਗੁੱਡ ਸਟੇਟਮੈਂਟ ਵਿੱਚ ਜੇ ਸਮ ਆਫ ਦੀ ਲੇਬਰ ਕੋਸਟ ਅਤੇ ਫੈਕਟਰੀ ਕੋਸਟ ਨੂੰ ਐਡ ਕਰ ਦਿੱਤਾ ਜਾਵੇ ਤਾਂ ਕੀ ਨਿਕਲੇਗਾ ਮੇਰਾ, ਠੀਕ ਹੈ। ਕੋਈ ਦੁਬਾਰਾ ਨੋਟ ਕਰ ਲਓ, 8ਵਾਂ ਕੁਐਸਚਨ, 15ਵਾਂ ਕੁਐਸਚਨ, 24 ਕੁਐਸਚਨ, 37 ਕੁਐਸਚਨ, ਠੀਕ ਹੈ ਫਰੈਂड्स। अगला क्वेश्चन है, आउटसाइडर क्लेम्स अगेंस्ट दी एसेट ऑफ द बिजनेस इज कॉल्ड। ਜਿਹੜਾ ਆਊਟਸਾਈਡਰ ਦਾ ਕਲੇਮ ਹੁੰਦਾ ਆਪਣੇ ਅੰਗੇਜ ਦੀ ਐਸੈਟ ਦੀ ਤਾਂ ਉਸਨੂੰ ਕੀ ਕਹਿੰਦੇ ਨੇ, ਕੈਪੀਟਲ ਕਹਿੰਦੇ ਨੇ, ਲਾਇਬਿਲਿਟੀ ਕਹਿੰਦੇ ਨੇ, ਐਕਸਪੈਂਸਿਸ ਕਹਿੰਦੇ ਨੇ, ਇਨਕਮ ਕਹਿੰਦੇ ਨੇ। ਕਿਹੜਾ ਆਪਸ਼ਨ ਠੀਕ ਹੋਏਗਾ? ਇਹ ਆਪਸ਼ਨ ਆਏਗਾ ਲਾਇਬਿਲਿਟੀ, ਠੀਕ ਹੈ ਫਰੈਂड्स। ਆਊਟਸਾਈਡਰ ਦਾ ਜਿਹੜਾ ਕਲੇਮ ਹੁੰਦਾ ਸਾਡੇ ਐਸੈਟ ਤੋਂ ਅੰਗੇਜਡ ਤਾਂ ਉਹ ਹਮੇਸ਼ਾ ਲਾਇਬਿਲਿਟੀ ਹੋਏਗੀ। अगला क्वेश्चन है, विच ऑफ द फॉलोइंग पर्टिकुलर्स इस आर इंक्लूडेड इन द पेमेंट वाउचर। ਕਿਹੜੀ ਕਿਹੜੀ ਚੀਜ਼ ਪੇਮੈਂਟ ਵਾਊਚਰ 'ਚ ਹੁੰਦੀ ਹੈ? ਨੇਮ ਆਫ ਦ ਆਰਗੇਨਾਈਜੇਸ਼ਨ, ਕੈਸ਼ ਪੇਮੈਂਟ, ਡੇਟ ਤਾਂ ਆਲ ਆਫ ਦ ਗਿਵਨ ਆਪਸ਼ਨਸ। ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? ਇਹ ਹੋਏਗਾ ਡੀ ਆਪਸ਼ਨ, ਆਲ ਆਫ ਦ ਗਿਵਨ ਆਪਸ਼ਨਸ। ਨੇਮ ਵੀ ਆਏਗਾ ਆਰਗੇਨਾਈਜੇਸ਼ਨ ਦਾ, ਕੈਸ਼ ਪੇਮੈਂਟ ਵੀ ਆਏਗੀ, ਡੇਟ ਵੀ ਆਏਗੀ, ਠੀਕ ਹੈ ਫਰੈਂड्स। अगला क्वेश्चन है, गुड्स रिटर्न बाय मिस्टर अमाउंट टू 4000 द एंट्री इन द बुक्स विल बी। कोई गुड्स रिटर्न कर गया, ठीक है, यानी कि मैं सेल किए होने, तो दसो मैं एंट्री किमें पावांगा? बी नू डैबिट करांगा तो सेल रिटर्न को क्रेडिट करांगा, सेल रिटर्न को डैबिट करांगा, मिस्टर बी नू क्रेडिट करांगा, मिस्टर बी नू डैबिट करांगा, ठीक है, अकाउंट रिसीवेबल नू क्रेडिट करांगा, परचेसिस रिटर्न डैबिट करांगा, मिस्टर बी क्रेडिट करांगा। किहड़ा ऑप्शन ठीक होएगा इस चों? इवें ला सकते हो, तुहानूं पता लग जाएगा। दसो यदि आप एंट्री भी देखिए गुड्स की तो किमें होएगी? गुड्स रिटर्न हो गए, पहले सेल हुई सी, क्रेडिट हुई सी तो सेल वापस आ गई, सेल रिटर्न कित्थों आई? टू मिस्टर बी, ठीक है। तो सेल रिटर्न टू मिस्टर बी केड़ा होएगा? तो आ जाएगा आंसर बी, बी ऑप्शन आ जाएगा, ठीक है फ्रेंड्स। प्रोविजन इज क्रिएटेड फॉर अननोन लाइबिलिटीज, नॉन लाइबिलिटीज, क्रिएशन ऑफ द सीक्रेट रिजर्व्स, ऑल ऑफ द थ्री। आप प्रोविजन किहदे लई रिकॉर्ड करते हैं? दसो। ये आप हमेशा करते हैं नॉन लाइबिलिटी लिए, ठीक है फ्रेंड्स। प्रोविजन की होंगे कि आप पहले एक बार प्रोविजन बना के रख लें कि जब बाई चांस वो मैनू उसकी पेमेंट मैं ना कर पाया, ठीक है, मतलब कि उसकी पेमेंट जो मेरे प्रॉफिट विचों सीधा ना हो गया, एक बार मैं एक बार एक्चुअल च रिजर्व रख लेना जिसों मैं लाइबिलिटी की पेमेंट कर देना, ठीक है। मतलब कि मैं एक्सट्रा एक रिजर्व बना लेना जिसों मैं पेमेंट कर देवां, ठीक है, ताकि मेरा नैट प्रॉफिट में फर्क ना पवे तो उन्ना ही दिखाई देवे, मैनू बाद च ना उस माइनस करना पवे। जे कोई लाइबिलिटी मेरे को उसके पैसे मैं हरेक साल भी थोड़ा थोड़ा जोड़ी जाना होना, ठीक है, उन्होंने कहते हैं नॉन लाइबिलिटी। अगला क्वेश्चन है, फॉलोइंग इन्फॉर्मेशन इज अवेलेबल रिलेटिंग टू द मैन्युफैक्चरिंग कंसर्न, कॉस्ट ऑफ गुड्स सोल्ड दिता है 2,45,000,
तो परचेसिस दिते हुए हैं 2,50,000, फ्रेट इनवर्ट दिता होया है 5,000, क्लोजिंग स्टॉक दिता होया 25,000। तो आपने ओपनिंग स्टॉक पता करने हैं, दसो की आंसर आएगा इस चों? 15,000, 10,000, 25,000 तो 20,000। ठीक है दोस्तों, गुड सोल्ड द स्टेटमेंट का ऑप्शन है, क्वेश्चन है सॉरी। तो आपने ओपनिंग स्टॉक पता करना है, दसो केड़ा ऑप्शन ठीक होएगा इस चों? ए बी सी डी? ये आएगा 15,000। दसो किवें आएगा? मैं तो करके दिखाना ਤੁਹਾਨੂੰ मैं हूँ ਤੁਹਾਨੂੰ पता ना कोस्ट ऑफ गुड सोल्ड स्टेटमेंट किवें कड्डीदा है। पहले की प्लस होंदा है ओपनिंग, ओपनिंग है नहीं छड़ दो, परचेसिस प्लस होंदे हैं 2,50,000। ठीक है, प्लस की होएगा डायरैक्ट एक्सपेंसिस फ्रेट 5,000, 2,55,000। तो माइनस की होएगा क्लोजिंग स्टॉक 2,55,000 चों, 2,55,000 चों माइनस करना 25,000, कितना रह गया? 2,30,000, 2,30,000 रह गया। तो मेरा कोस्ट ऑफ गुड सोल्ड स्टेटमेंट का आंसर दिता ही होया मैनू 2,45,000। 2,30,000 तो 2,45,000 की फर्क पै रहा इस विच? जे मेरा आंसर 2,45,000 दिता होया, मैंने ओपनिंग स्टॉक कढ़ना है, तो कितना फर्क पै रहा है? ठीक है, मेरा 2,45,000 आना चाहिए, मगर उन्हें 2,30,000 आ रहा है बिना ओपनिंग स्टॉक तो किन्ने का फर्क पै रहा? 15,000 का फर्क पै रहा। 15,000 मेरा की है ओपनिंग स्टॉक है। जे मैं 2,30,000 च 15,000 प्लस कर देवां तो की आंसर आ जाएगा? सेम वही आंसर आ जाएगा 2,45,000 का जो उन्हें दिता होया। तो 2,30,000 च 15,000 प्लस होकर 2,45,000 आ जाएगा। फॉर्मूला की होंगे ओपनिंग प्लस परचेसिस प्लस डायरैक्ट एक्सपेंसिस माइनस क्लोजिंग स्टॉक। तो केड़ा ऑप्शन लग जाएगा? ए ऑप्शन। ठीक है फ्रेंड्स, अगला क्वेश्चन है पेमेंट रिसीव्ड फ्रॉम डेटर दैट डिक्रीज इन टोटल एसेट्स, इंक्रीज इन टोटल एसेट्स रिजल्ट इन नो चेंज इन द टोटल एसेट्स, इंक्रीज इन द लाइबिलिटीज। की फर्क पेगा जे मैं पेमेंट रिसीव्ड कर ਲਾਂ डेटर्स तो? कोई चेंज आएगा या नहीं आएगा? दसो, ਵਧੇਗਾ ਘਟੇਗਾ की होएगा? ਇਹਦਾ आंसर आएगा सी ऑप्शन। जे डेटर्स तो मैंने पैसा आ गया, ठीक है, वो इसका मतलब कैश में जुड़ जाएगा। कैश क्या मेरा ऑलरेडी एसेट है, ठीक है, जो उससे जुड़ गया तो डेटर्स से मेरे अकाउंट चो माइनस हो गया, तो एक्चुअल च कोई फर्क नहीं पिया। ठीक है ना, एक पासे आ गया एक पासे चला गया, तो इसका मतलब रिजल्ट इज इन नो चेंज इन द टोटल एसेट। वैसे भी तो मैं दस देवां डेटर की है करंट एसेट, कैश की है करंट एसेट। ठीक है फ्रेंड्स, अगला क्वेश्चन है when a fixed asset is obtained as a gift the count is credit is, दसो the count to be credit is goodwill account, capital reserve account, donor account, जनरल रिजर्व अकाउंट। किस च पावांगे जे अपन फिक्स एसेट की तरह सानू गिफ्ट की तरह मिल रहा है? वो पावांगे आप हमेशा कैपिटल रिजर्व विच। ठीक है फ्रेंड्स, इतना पावांगे आप कैपिटल रिजर्व विच कॉलम ऑफ द कैश बुक इज नैवर बैलेंस्ड? ਕਿਹੜਾ कॉलम ਹੁੰਦਾ ਜਿਹੜਾ बैलेंस नहीं ਹੁੰਦਾ? डिस्काउंट कॉलम, कैश कॉलम, बैंक कॉलम, पैटी कैश का? दसो ਕਿਹੜਾ ऑप्शन ठीक होएगा इस चों? ਇਹ ਹੋਏਗਾ ਹਮੇਸ਼ਾ डिस्काउंट कॉलम। डिस्काउंट कॉलम ਦਾ ਹਮੇਸ਼ਾ ਕੋਈ बैलेंस नहीं ਹੁੰਦਾ। कैश ਦਾ ਵੀ ਹੁੰਦਾ कैरी डाउन करते हैं ਆਪਾਂ, ठीक है, बैंक का भी कैरी डाउन करते हैं, बैलेंस करते हैं, पैटी कैश का भी कैरी डाउन करते हैं, फिर अगे वो ब्रो डाउन हो जाता है। ठीक है, ये भी ब्रो डाउन हो जाता है, ये भी ब्रो डाउन हो जाता है। ठीक है, मगर डिस्काउंट कॉलम का कभी भी बैलेंसड नहीं होंगे और टोटल होंगे हमेशा। कभी भी देखना दोनों पासे जो पेमेंट पासे तो रिसिप्ट पासे डिस्काउंट अलाउड डिस्काउंट रिसीव हमेशा टोटल होएगा, जिनी अमाउंट होएगी टोटल होएगा। ठीक है, अगला क्वेश्चन है इंडाउनमेंट फंड रिसिप्ट इज ट्रीटेड एज अ, जी इंडाउनमेंट फंड रिसिप्ट होंगी है उसको किस तरह आप ट्रीट करते हैं, किस तरह ट्रीट करते हैं आप? कैश रिसिप्ट, रेवन्यू रिसिप्ट, लॉस या एक्सपेंस? ये पूरे ट्रीटेड आएगा। ठीक है, पूरे गलती है, ट्रीटेड आएगा। दसो ट्रीटेड स्पैलिंग ठीक कर लियो, ट्रीटेड आएगा। ये ऑप्शन आएगा ए ऑप्शन। ठीक है फ्रेंड्स, कैश जो रिसिप्ट इंडाउनमेंट फंड रिसिप्ट केड़ी होंगी है? कैश जो रिसिप्ट होंगी। अगला क्वेश्चन है परचेसिस अकाउंट विल हैव दी नो बैलेंस एट ऑल, डेबिट बैलेंस, क्रेडिट बैलेंस, डेबिट और क्रेडिट बैलेंस? दसो परचेसिस अकाउंट का की होंगे हमेशा? दसो हमेशा होंगे, दसो डेबिट बैलेंस। ठीक है मैं फ्रेंड्स, ठीक है, पूरा रियल अकाउंट लग जाएगा ना, डेबिट वर्ड्स कम्स इन। अगला क्वेश्चन है
ਡੈਪਰੇਸ਼ਨ ਔਨ ਫਿਕਸਡ ਐਸਟ ਇਜ਼ ਇਨੀਸ਼ੀਅਲੀ ਜਨਰਲਾਈਜ਼ਡ ਇਨ, ਜਿਹੜਾ ਮੈਂ ਡੈਪਰੇਸ਼ਨ ਲਾਉਂਦਾ ਫਿਕਸਡ ਐਸਟ ਉੱਪਰ, ਉਹ ਕਿਸ 'ਚ ਆਪਾਂ ਰਿਕਾਰਡ ਕਰਦੇ ਹਾਂ? ਆਪਾਂ ਜਨਰਲ 'ਚ ਕਰਦੇ ਹਾਂ, ਫਿਕਸਡ ਐਸਟ ਅਕਾਊਂਟ 'ਚ ਕਰਦੇ ਹਾਂ, ਕੈਸ਼ ਜਨਰਲ 'ਚ ਕਰਦੇ ਹਾਂ, ਡੈਪਰੇਸ਼ਨ ਅਕਾਊਂਟ 'ਚ ਕਰਦੇ ਹਾਂ? ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? ਇਹ ਹੋਏਗਾ ਇਹ ਆਪਸ਼ਨ। ਠੀਕ ਹੈ ਫਰੈਂਡਸ, ਕਿਹੜਾ ਆਪਸ਼ਨ ਹੋਏਗਾ? ਇਹ ਆਪਸ਼ਨ। ਅਗਲਾ ਕੁਐਸਚਨ ਹੈ ਦ ਅਮਾਊਂਟ ਪੇਬਲ ਟੂ ਬੀ ਅ ਪਰਸਨ ਹੈਜ਼ ਅ ਕੰਸੀਡਰੇਸ਼ਨ ਫॉर द यूज़ ऑफ ਰਾਈਟਸ ਵੈਸਟਡ ਇਨ ਹਿਮ। ਜਿਹੜੀ ਅਮਾਊਂਟ ਪੇਬਲ ਹੈ ਟੂ ਦ ਪਰਸਨ ਹੈਜ਼ ਅ ਕੰਸਿਸਟ ਕਿਸ ਤਰ੍ਹਾਂ ਹੈ? ਯੂਜ਼ ਆਫ ਰਾਈਟਸ ਵੈਸਟਡ ਇਨ ਹਿਮ, ਮਤਲਬ ਕਿ ਜਿਹੜੀ ਮੈਂ ਪੇਮੈਂਟ ਕਰ ਰਿਹਾ ਇੱਕ ਪਰਸਨ ਨੂੰ, ਉਹ ਇੱਕ ਤਰ੍ਹਾਂ ਨਾਲ ਮੈਂ ਉਹਦੇ ਹੀ ਰਾਈਟਸ, ਉਸਦੇ ਰਾਈਟਸ ਲਈ ਪੇਮੈਂਟ ਕਰ ਰਿਹਾ, ਮਤਲਬ ਕਿ ਉਸਦੇ ਰਾਈਟਸ ਦੇ ਬਿਹਾਵ ਦੇ ਹੀ ਪੇਮੈਂਟ ਕਰ ਰਿਹਾ ਮੈਂ। ਤੁਹਾਨੂੰ ਆਪਸ਼ਨ ਦੱਸ ਦਿੰਦੇ ਇੱਕ ਵਾਰੀ, ਡਿਵੀਡੈਂਡ, ਰਾਇਲਟੀ, ਪਰਚੇਸ ਕੰਸੀਡਰੇਸ਼ਨ, ਇੰਸਟਾਲਮੈਂਟ। ਕਿਹੜਾ ਆਪਸ਼ਨ ਠੀਕ ਹੋਏਗਾ ਇਸ ਚੋਂ? ਇਹ ਹੋਏਗਾ ਰਾਇਲਟੀ। ਠੀਕ ਹੈ ਫਰੈਂਡਸ, ਕੀ ਹੋਏਗਾ? ਰਾਇਲਟੀ। ਤੁਸੀਂ ਜਿਵੇਂ ਸਪੋਜ਼ ਕਰੋ ਕੋਈ ਰਾਈਟਰ ਹੈ, ਉਹ ਬੁੱਕ ਬਣਾਈ, ਉਸ ਬੁੱਕ ਉਹਨੇ ਲਿਖੀ, ਅਤੇ ਜਦੋਂ ਪ੍ਰਿੰਟਿੰਗ ਕੋਲ ਜਾਏਗੀ, ਪ੍ਰਿੰਟਿੰਗ 'ਚ ਜਾਏਗੀ ਕਿਸੇ ਕੰਪਨੀ ਕੋਲ, ਤਾਂ ਉਹ ਆਪਣੇ ਰਾਈਟਸ ਦੇ ਦੇਗਾ ਉਹਨੂੰ, ਤਾਂ ਕਿ ਤੂੰ ਪ੍ਰਿੰਟ ਕਰ ਸਕੇ, ਠੀਕ ਹੈ, ਅਤੇ ਮਾਰਕੀਟ ਵਿੱਚ ਵੇਚ ਸਕੇ। ਫਿਰ ਉਸਦੇ ਬਿਹਾਵ 'ਤੇ ਜੇ ਉਹ ਰਾਈਟਸ ਦੇਗਾ ਉਸਨੂੰ ਆਪਣੇ, ਤਾਂ ਉਹ ਕੀ ਉਸਨੂੰ ਦੇਗਾ? ਰਾਇਲਟੀ ਦੇਗਾ ਉਸਨੂੰ, ਉਸ ਬੁੱਕ ਦੀ ਇੱਕ ਰਾਇਲਟੀ ਦੇਗਾ। ਤਾਂ ਉਹ ਕਿਹੜਾ ਆਪਾਂ ਨੂੰ ਸਮਝ ਆ ਗਿਆ ਨਾ ਰਾਇਲਟੀ ਕੀ ਕਹਿੰਦੇ ਆ? ਫਿਰ ਬੀ ਆਪਸ਼ਨ ਲੱਗ ਜਾਏਗਾ ਉਹਨੇ। ਲਾਸਟ ਕੁਐਸਚਨ, which of the following is false? Owners equity plus outside liabilities equal to assets, asset minus capital equal to capitals, oh sorry, asset minus capital equal to liabilities, asset plus capital equal to liabilities, या both A and B above? ਦੱਸੋ ਇਹ 'ਚੋਂ ਕਿਹੜਾ ਸਟੇਟਮੈਂਟ ਫਾਲਸ ਹੈ? ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੇਣਾ। ਠੀਕ ਹੈ ਫਰੈਂਡਸ, ਇਹਦਾ ਆਨਸਰ ਵੀ ਤੁਸੀਂ ਬਹੁਤ ਆਸਾਨ ਹੈ। ਠੀਕ ਹੈ ਨਾ, ਤੁਸੀਂ ਜੇ ਤੁਹਾਨੂੰ ਤਾਂ ਵੀ ਕੋਈ ਪ੍ਰੋਬਲਮ ਆਵੇ, ਤੁਸੀਂ ਜ਼ਰੂਰ ਕਮੈਂਟ ਕਰਨਾ ਕਿ ਹਾਂ ਮੈਨੂੰ ਨਹੀਂ ਸਮਝ ਆਇਆ, ਮੈਂ ਉਸ ਵਿੱਚ ਰਿਪਲਾਈ ਕਰ ਦਾਂਗਾ। ਮਗਰ ਇਹ ਆਸਾਨ ਹੈ, ਤੁਹਾਨੂੰ ਆ ਜਾਏਗਾ। ਠੀਕ ਹੈ, ਤੁਹਾਨੂੰ ਮੈਂ ਕਿਹੜੇ ਕੁਐਸਚਨ ਪੁੱਛੇ ਨੋਟ ਕਰ ਲਿਓ। 8ਵਾਂ, 15ਵਾਂ, 24ਵਾਂ, 37 ਅਤੇ 50, 5 ਕੁਐਸਚਨ ਪੁੱਛਣੇ ਤੁਹਾਨੂੰ। ਇਹਦਾ ਆਨਸਰ ਤੁਸੀਂ ਮੈਨੂੰ ਜ਼ਰੂਰ ਦੇਣਾ। ਠੀਕ ਹੈ ਫਰੈਂਡਸ, 8ਵਾਂ, 15ਵਾਂ, 24ਵਾਂ, 37 ਅਤੇ 50। ਠੀਕ ਹੈ ਫਰੈਂਡਸ, ਇਸ ਤੋਂ ਇਲਾਵਾ ਵੀ ਕੋਈ ਪ੍ਰੋਬਲਮ ਆਉਂਦੀ ਹੈ ਤੁਹਾਨੂੰ, ਤੁਸੀਂ ਕਮੈਂਟ ਸੈਕਸ਼ਨ ਵਿੱਚ ਰਿਪਲਾਈ, ਮਤਲਬ ਮੈਂ ਰਿਪਲਾਈ ਜ਼ਰੂਰ ਕਰਾਂਗਾ। ਠੀਕ ਹੈ ਫਰੈਂਡਸ, ਜੇ ਤੁਹਾਨੂੰ ਮੇਰਾ ਲੈਕਚਰ ਅੱਜ ਦਾ ਅੱਛਾ ਲੱਗਿਆ ਹੋਵੇ, ਕਿਰਪਾ ਕਰਕੇ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਕਮੈਂਟ ਕਰਿਓ ਜੇ ਕੋਈ ਪ੍ਰੋਬਲਮ ਆਵੇ। ਠੀਕ ਹੈ ਫਰੈਂਡਸ, ਕਮੈਂਟ ਜ਼ਰੂਰ ਕਰਿਓ ਅਤੇ ਸ਼ੇਅਰ ਜ਼ਰੂਰ ਕਰਿਓ। ਠੀਕ ਹੈ ਨਾ ਫਰੈਂਡਸ, ਆਪਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਤਾਂ ਕਿ ਬਾਕੀਆਂ ਬੱਚਿਆਂ ਕੋਲ ਵੀ ਪਹੁੰਚੇ। ਠੀਕ ਹੈ ਫਰੈਂਡਸ, ਅਤੇ ਮੌਕ ਟੈਸਟ ਜ਼ਰੂਰ ਖਰੀਦ ਲਓ, ਤਿਆਰੀ ਨੂੰ ਆਪਣਾ ਹੋਰ ਪੱਕਾ ਕਰਦੇ ਚੱਲੋ। ਠੀਕ ਹੈ ਨਾ, ਓਕੇ, ਥੈਂਕ ਯੂ।